जो जिस पंजाब ने पहला ही बहुत बड़ा संताप हंडाया आर्थिक पक्षों भी समाजिक पक्षों भी हर पक्षों पंजाब पहले ही बहुत पछड़ चुकिया है। इस पंजाब विच एक बार फिर मुड़ के अब 2020 ਦੇ ਨਾਲ जोड़ के जोगिंदर सिंह गुज्जर नामी व्यक्ति ਨੂੰ ਇਸੇ ਤਰ੍ਹਾਂ ਹੀ ਯੂਆਪਾ ਲਾਅ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਇਹਦੀ ਗ੍ਰਿਫਤਾਰੀ ਜਿਹੜੀ ਆ ਉਹ ਲੈ ਕੇ ਗਏ ਘਰੋਂ। उन्होंने साबित कर दिता कि पुलिस को सरकार को जिन्हें अपन चुनिया संविधानक संस्थावां ने पंचायत वर्गियां पवित्र संस्थावां जिन्होंने पंच प्रधानी कहते हैं जिन्होंने पंचायत कहते हैं उसका भी कोई आदर नहीं कोई सम्मान नहीं है। तो सरकार अपन तक्कड़ कार्रवाइयां नाल पंजाब एक दहशत ज़्यादा करने वाला माहौल जिहड़ा है वो पैदा करन जा रही है, जिहड़ा कि ना पंजाब के हिंदुओं वास्ते ना पंजाब के सिखां वास्ते ना पंजाब के समुची वसों वास्ते। सुखचैन सिंह की जिहड़ी गिरफ्तारी आ वो एक पुलिस नाके तो शो कर दी गई है और वो कोलों दिखाता कि एक 32 बोर का पिस्तौल 7 कारतूस ने। ये जो सरकारी जबर है ये लाजमी तौर पर पंजाब विच एक नवा जिहड़ा जुल्म का दौर जबर का दौर शुरू किया है। ਇਹਦੇ ਨਾਲ ਇਹ 5 ਵਿਅਕਤੀਆਂ ਦਾ ਗਰੁੱਪ ਬਣਾਇਆ ਕਿ ਜੀ ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਲਈ ਕੰਮ ਕਰਦੇ ਸੀ। ਦੋਸਤੋ ਇਸ ਵਕਤ ਅਸੀਂ ਸਾਰੇ ਅੱਜ ਸੇਰਾ ਪਿੰਡ ਹੈ ਇੱਕ ਪਟਿਆਲੇ ਜ਼ਿਲ੍ਹੇ ਦਾ, ਉੱਥੇ ਸਾਰੇ ਇਕੱਤਰ ਹੋਏ ਆ ਔਰ ਮੁੱਦਾ ਬਹੁਤ ਅਹਿਮ ਜੋ ਪੰਜਾਬ ਦੇ ਵਿੱਚ ਇੱਕ ਜਾਣਬੁੱਝ ਕੇ ਸਰਕਾਰ ਤੇ ਪੁਲਿਸ ਵੱਲੋਂ ਮਾਹੌਲ ਨੂੰ ਭੈਭੀਤ ਕੀਤਾ ਜਾ ਰਿਹਾ। ਯੂਆਪਾ ਵਰਗੇ ਡ੍ਰੈਕੋਨੀਅਨ ਲਾਅ ਜਿਹੜੇ ਕਿ ਪਹਿਲਾਂ ਕਿਸੇ ਵਕਤ ਟਾਡਾ ਹੁੰਦਾ ਸੀ ਪੋਟਾ ਹੁੰਦੀ ਸੀ, ਉਸ ਕਾਨੂੰਨ ਦਾ ਦੁਰਉਪਯੋਗ ਜਿਹੜਾ ਪੰਜਾਬ ਦੇ ਵਿੱਚ ਹੋ ਰਿਹਾ ਉਸ ਦਾ ਇੱਕ ਬਹੁਤ ਤੱਥਾਂ ਦੇ ਆਧਾਰਿਤ ਇੱਕ ਅਸੀਂ ਤੁਹਾਡੇ ਸਾਹਮਣੇ ਮਸਲਾ ਰੱਖਣਾ ਚਾਹੁੰਦੇ ਹਾਂ। ਤੁਹਾਨੂੰ ਸਭ ਨੂੰ ਪਤਾ ਹੀ ਹੋਵੇਗਾ ਕਿ ਅੱਜ ਤੋਂ ਕੋਈ 4 ਦਿਨ ਪਹਿਲਾਂ ਮੇਰੇ ਆਪਣੇ ਹਲਕੇ ਭੁਲੱਥ ਦੇ ਵਿੱਚ ਇੱਕ ਜੋਗਿੰਦਰ ਸਿੰਘ ਗੁੱਜਰ ਨਾਮੀ ਵਿਅਕਤੀ ਨੂੰ ਇਸੇ ਤਰ੍ਹਾਂ ਹੀ ਯੂਆਪਾ ਲਾਅ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ। ਉਹ ਇਟਲੀ ਰਹਿੰਦਾ ਸੀਗਾ, 18 ਸਾਲ ਤੋਂ ਬਾਅਦ ਇੰਡੀਆ ਆਇਆ ਔਰ ਉਹਦੇ ਮਹਿਜ਼ ਉਹਦੀ ਪਹਿਲੀ ਗੱਲ ਤਾਂ ਉਹਦੀ 65 ਸਾਲ ਉਮਰ ਸੀ, ਅਨਪੜ੍ਹ ਆਦਮੀ ਸੀ, ਉਹਦਾ ਕੋਈ ਕ੍ਰਿਮੀਨਲ ਪਿਛੋਕੜ ਨਹੀਂਗਾ। ਜੋਗਿੰਦਰ ਸਿੰਘ ਗੁੱਜਰ ਇੱਕ ਹਾਰਟ ਪੇਸ਼ੈਂਟ ਸੀ ਔਰ ਉਹਦੇ ਕਈ ਸਟੈਂਟ ਪਏ ਹੋਏ ਨੇ, ਉਸਦੇ ਕਈ ਸਟੈਂਟ ਪਏ ਹੋਏ ਨੇ। ਉਸ ਨੂੰ ਉਹਨਾਂ ਨੇ ਯੂਆਪਾ ਦੇ ਕਾਨੂੰਨ ਦੇ ਅਧੀਨ ਗ੍ਰਿਫਤਾਰ ਕੀਤਾ। ਇਲਜ਼ਾਮ ਇਹ ਲਾਏ ਕਿ ਤੁਸੀਂ ਜਨੀਵਾ ਵਿੱਚ ਜਿਹੜੀ ਸਿਕਸ ਫॉर ਜਸਟਿਸ ਨੇ ਕਨਵੈਨਸ਼ਨ ਕੀਤੀ ਉਹਦੇ ਵਿੱਚ ਉਹਨੇ ਹਿੱਸਾ ਲਿਆ। ਇੱਕ ਇਲਜ਼ਾਮ ਲਾਤਾ ਕਿ ਇਟਲੀ ਦੇ ਕਿਸੇ ਗੁਰਦੁਆਰਾ ਸਾਹਿਬ 'ਚ SJF ਦੇ ਕਿਸੇ ਆਫਿਸ ਬੇਅਰਰ ਅਵਤਾਰ ਪੰਨੂ ਨੂੰ ਸਰੂਪਾ ਦਿੱਤਾ। ਇੱਕ ਇਲਜ਼ਾਮ ਲਾਤਾ ਕਿ ਤੁਸੀਂ 200 ਯੂਰੋ ਦੀ ਟ੍ਰਾਂਸਫਰ ਕੀਤੀ ਆ ਇਟਲੀ ਤੋਂ ਜਲੰਧਰ ਵਿੱਚ, ਜਿਹੜੀ ਇਸ ਦੇ ਅਕਾਊਂਟ 'ਚੋਂ ਨਹੀਂ ਸੀ ਹੋਈ। 200 ਯੂਰੋ ਮੇਰੇ ਵੀਰੋ ਭੈਣੋ ਸਿਰਫ 15,000 ਰੁਪਇਆ ਬਣਦਾ ਵਾ। ਯੂਆਪਾ ਦਾ ਕਾਨੂੰਨ ਬੇਸਿਕਲੀ ਇੱਕ ਜਿਹੜੇ ਵਿਅਕਤੀ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਜਿਹੜੇ ਦੇਸ਼ ਦੇ ਖਿਲਾਫ ਜੰਗ ਦਾ ਐਲਾਨ ਕਰ ਰਹੇ ਨੇ, ਜਿਹੜੇ ਦੇਸ਼ ਦੇ ਖਿਲਾਫ ਅੱਤਵਾਦੀ ਗਤੀਵਿਧੀਆਂ ਕਰਦੇ ਨੇ, ਇਹ ਉਹ ਲਾਅ ਸੀਗਾ ਜਿਹੜਾ ਬਹੁਤ ਸਪੇਅਰਿੰਗਲੀ ਬਹੁਤ ਧਿਆਨ ਨਾਲ ਬਹੁਤ ਉਹਨਾਂ ਲੋਕਾਂ ਦੇ ਉੱਤੇ ਲਾਗੂ ਹੋਣਾ ਚਾਹੀਦਾ ਜਿਹੜੇ ਜੈਨੂਅਨਲੀ ਇਹਨਾਂ ਐਕਟੀਵਿਟੀਜ਼ ਵਿੱਚ ਇਨਵੋਲਡ ਆ। ਨਾ ਜੋਗਿੰਦਰ ਸਿੰਘ ਇਨਵੋਲਡ ਸੀਗਾ ਤੇ ਅੱਜ ਜਿਹੜਾ ਸੇਰਾ ਪਿੰਡ ਵਿੱਚ ਆਇਆ ਇਹਦੀ ਦਾਸਤਾਨ ਤਾਂ ਇੱਕ ਬਹੁਤ ਸੁਣਨ ਵਾਲੀ ਦਾਸਤਾਨ ਹੈ। ਇਸ ਵਕਤ ਅਸੀਂ ਪਿੰਡ ਦੇ ਸਰਪੰਚ ਸਾਹਿਬ ਦੇ ਘਰ ਬੈਠੇ ਹਾਂ। ਇੱਕ ਇਸ ਪਿੰਡ ਦਾ ਨੌਜਵਾਨ 26 ਤਾਰੀਖ ਨੂੰ 26 ਜੂਨ ਨੂੰ ਇੱਕ ਦਲਿਤ ਨੌਜਵਾਨ 26 ਸਾਲ ਦਾ ਇੱਕ ਨੌਜਵਾਨ ਚੱਕਿਆ, ਉਹਦਾ ਨਾਮ ਹੈਗਾ ਵਾ ਸੁਖਚੈਨ ਸਿੰਘ। 26 ਸਾਲ ਉਹਦੀ ਉਮਰ ਹੈ, ਪੜ੍ਹਾਈ ਉਹਦੀ ਨਿਲ 5 ਜਾਂ 6 ਜਮਾਤਾਂ ਪਾਸ ਆ, 10 ਪਾਸ ਨਹੀਂ ਕਰ ਸਕਿਆ। ਦਿਹਾੜੀਦਾਰ ਆਦਮੀ ਨੇ, ਦਿਹਾੜੀਦਾਰ ਡੇਲੀ ਵੇਜਰ, ਕਦੀ ਕੰਬਾਈਨਾਂ ਤੇ ਚੜ ਕੇ ਆਪਣਾ ਪੇਟ ਪਾਲਦੇ ਨੇ, ਕਦੀ ਪਿੰਡ ਵਿੱਚ ਆ ਜਿਹੜੇ ਸਰੀਏ ਦੇ ਜਾਲ ਬੰਨ ਕੇ ਨੇੜੇ ਤੇੜੇ ਪਿੰਡਾਂ ਜਿਹੜੇ ਲੈਂਟਰ ਪਾਉਂਦੇ ਨੇ ਉਹਦੇ ਨਾਲ ਆਪਣੀ ਮਿਹਨਤ ਮੁਸ਼ੱਕਤ ਕਰਕੇ ਆਪਣਾ ਪਰਿਵਾਰ ਪਾਲਦੇ ਨੇ। ਔਰ ਹੁਣੇ ਮੈਨੂੰ ਦੱਸਿਆ ਪਿੰਡ ਦੇ ਪੰਚ ਨੇ, ਉਹਨਾਂ ਨੇ ਕਿਹਾ ਸੀ ਇਹਨਾਂ ਨੂੰ ਥੋੜੇ ਦਿਨ ਪਹਿਲਾਂ ਮਨਰੇਗਾ ਦੇ ਵਿੱਚ ਇਹਦਾ ਜੌਬ ਕਾਰਡ ਬਣਾ ਕੇ ਪਿੰਡ ਵਿੱਚ ਲੇਬਰ ਕਰਦਾ ਸੀਗਾ। ਪਿੰਡ ਦੇ ਸਾਰੇ ਪਤਵੰਤੇ ਸੱਜਣ ਬੈਠੇ ਨੇ ਇਸੇ ਪਿੰਡ ਦੇ ਔਰ ਇਸ ਨੌਜਵਾਨ ਨੂੰ ਸਮਾਣਾ ਸਦਰ ਥਾਣੇ ਦੀ ਪੁਲਿਸ ਪਿੰਡੋਂ 26 ਤਾਰੀਖ ਨੂੰ ਚੁੱਕ ਕੇ ਲੈ ਕੇ ਗਈ ਆ ਔਰ ਇਹਦੀ ਗ੍ਰਿਫਤਾਰੀ ਜਿਹੜੀ ਆ ਉਹ ਲੈ ਕੇ ਗਏ ਘਰੋਂ ਔਰ ਇਹਨਾਂ ਨੂੰ ਕਹਿ ਗਏ ਕਿ ਕੋਈ ਗੱਲ ਨਹੀਂ, ਛੋਟਾ ਮੋਟਾ ਇਹਦੇ ਖਿਲਾਫ ਇਲਜ਼ਾਮ ਹੈਗਾ, ਤੁਸੀਂ ਪਿੱਛੇ ਆ ਜਾਓ ਤੇ ਅਸੀਂ ਤਸਦੀਕ ਕਰਕੇ ਮੁੰਡੇ ਨੂੰ ਛੱਡ ਦਿਆਂਗੇ। 2 ਦਿਨ ਉਹਨੂੰ ਰੱਖਣ ਤੋਂ ਬਾਅਦ ਗੈਰ ਕਾਨੂੰਨੀ ਹਿਰਾਸਤ ਤੋਂ ਬਾਅਦ ਉਹ ਸੁਖਚੈਨ ਸਿੰਘ ਦੀ ਜਿਹੜੀ ਗ੍ਰਿਫਤਾਰੀ ਆ ਉਹ ਇੱਕ ਪੁਲਿਸ ਨਾਕੇ ਤੋਂ ਸ਼ੋ ਕਰ ਦਿੱਤੀ ਗਈ ਆ ਔਰ ਉਹਦੇ ਕੋਲੋਂ ਦਿਖਾਤਾ ਕਿ ਇੱਕ 32 ਬੋਰ ਦਾ ਪਿਸਤੌਲ
7 ਕਾਰਤੂਸ ਨੇ। ਔਰ ਜਿਨ੍ਹਾਂ ਲੋਕਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ, ਤੁਹਾਨੂੰ ਮੈਂ ਸਾਰੀ ਗੱਲ ਅੱਛੀ ਤਰ੍ਹਾਂ ਸਮਝਾਉਂਗਾ, ਪਹਿਲਾਂ ਸੁਣ ਲਓ। ਇਹਦੇ ਨਾਲ ਇਹ 5 ਵਿਅਕਤੀਆਂ ਦਾ ਗਰੁੱਪ ਬਣਾਇਆ ਕਿ ਜੀ ਇਹ ਖਾਲਿਸਤਾਨ ਲਿਬਰੇਸ਼ਨ ਫੋਰਸ ਲਈ ਕੰਮ ਕਰਦੇ ਸੀ। ਇੱਕ ਮੁੰਡਾ ਹੈਗਾ ਲਵਪ੍ਰੀਤ ਸਿੰਘ, ਇਹਦਾ ਪਿੰਡ ਹੈਗਾ ਗੂਲਾ ਕੈਥਲ ਹਰਿਆਣੇ ਦੇ ਵਿੱਚ। ਪ੍ਰੋਬੇਬਲੀ ਮੇਰਾ ਖਿਆਲ, ਅਗਰ ਮੈਂ ਗਲਤ ਨਾ ਹੋਵਾਂ, ਲਵਪ੍ਰੀਤ ਸਿੰਘ ਸ਼ਾਹੀਨ ਬਾਗ ਦੇ ਵਿੱਚ ਸੇਵਾ ਕਰਦਾ ਸੀਗਾ, ਜਿਹੜਾ ਉੱਥੇ ਕਾਫੀ ਦੇਰ ਘੱਟ ਗਿਣਤੀਆਂ ਦੇ ਖਿਲਾਫ ਸਿਟੀਜ਼ਨ ਅਮੈਂਡਮੈਂਟ ਐਕਟ ਦੇ ਖਿਲਾਫ ਮੋਰਚਾ ਲੱਗਾ ਸੀ। ਮੈਨੂੰ ਕਾਫੀ ਹੱਦ ਤੱਕ ਯਕੀਨ ਹੈ ਕਿ ਇਹ ਲਵਪ੍ਰੀਤ ਉੱਥੋਂ ਦਾ ਸੀਗਾ, ਇਹ ਰਹਿਣ ਵਾਲਾ ਕੈਥਲ ਦਾ ਸੀ। ਦੂਸਰਾ ਹੈ ਸੁਖਚੈਨ ਸਿੰਘ, ਜਿਹੜਾ ਸੇਰੇ ਪਿੰਡ ਦਾ ਸੀਗਾ ਔਰ ਬਹੁਤ ਗਰੀਬ ਪਰਿਵਾਰ ਨਾਲ ਤਾਲੁਕ ਹੈ। ਤੀਸਰਾ ਹੈ ਅੰਮ੍ਰਿਤਪਾਲ ਸਿੰਘ, ਇਹ ਹੈਗਾ ਪਿੰਡ ਹੈਗਾ ਅਚਾਨਕ ਮਾਨਸਾ ਜ਼ਿਲ੍ਹੇ 'ਚ। ਤੇ ਚੌਥਾ ਹੈਗਾ ਗੈਵੀ, ਮੁੰਡਾ ਹੈਗਾ ਨਵਾਂ ਸ਼ਹਿਰ ਦਾ। ਤੇ ਪੰਜਵਾਂ ਹੈਗਾ ਜਸ, ਇਹ ਬਟਾਲੇ ਗੁਰਦਾਸਪੁਰ ਦਾ। ਹੁਣ ਸੁਣਨ ਵਾਲੀ ਗੱਲ ਇਹ ਹੈ ਕਿ ਆ ਇਹਦਾ ਪਰਿਵਾਰ ਹੈ ਜੀ। ਇੱਧਰ ਕੈਮਰਾ ਘੁਮਾਇਓ ਜ਼ਰਾ। ਇਹ ਉਹਦਾ ਇੱਕ ਭਰਾ ਹੈ ਜੀ ਸੁਖਚੈਨ ਸਿੰਘ ਦਾ, ਜਿਹਨੂੰ ਗ੍ਰਿਫਤਾਰ ਕੀਤਾ ਗਿਆ। 2 ਭਾਈ ਉਹਦੇ ਆ ਖੜੇ ਨੇ ਜੀ, ਆ ਅੱਗੇ ਆ ਜਾਓ ਥੋੜਾ ਜਿਹਾ ਤੁਸੀਂ। 2 ਭਰਾ ਮੇਰੇ ਵੀਰ, ਆ ਦੇਖ ਸਕਦੇ ਤੁਸੀਂ। ਇਹ 3 ਭਰਾ ਨੇ। ਪਹਿਲਾਂ ਤਾਂ ਇਹਨਾਂ ਦੇ ਚਿਹਰੇ ਦੇਖੋ, ਪਹਿਲਾਂ ਇਹਨਾਂ ਦੇ ਇਧਰ ਮੇਰੇ ਹਾਲ ਨਾ, ਪਹਿਲਾਂ ਇਹਨਾਂ ਦੇ ਤੁਸੀਂ ਚਿਹਰੇ ਦੇਖੋ, ਇਹਨਾਂ ਦੇ ਵਿੱਤੀ ਤੇ ਘਰੇਲੂ ਹਾਲਾਤ ਦੇਖੋ। ਕੀ ਤੁਹਾਨੂੰ ਲੱਗਦਾ ਵਾ ਕਿ ਇਸ ਤਰ੍ਹਾਂ ਦੇ ਬਹੁਤ ਅਤ ਗਰੀਬ ਲੋਕ ਦੇਸ਼ ਨੂੰ ਤੋੜਨ ਦੀ ਸਮਰੱਥਾ ਰੱਖਦੇ ਨੇ ਇਹ? ਔਰ ਇੱਥੇ ਕਹਿਣਾ, ਵਰਣਨ ਕਰਨਾ ਜ਼ਰੂਰੀ ਆ ਕਿ ਸੁਖਚੈਨ ਸਿੰਘ ਦਾ ਕੋਈ ਕ੍ਰਿਮੀਨਲ ਪਿਛੋਕੜ ਨਹੀਂਗਾ, ਕਦੀ ਉਹਦੇ ਤੇ 751 ਵੀ ਨਹੀਂ ਹੋਈ। ਸਡਨਲੀ ਉਹ ਕੈਥਲ ਦੇ ਮੁੰਡੇ ਨਾਲ ਕੰਟੈਕਟ 'ਚ, ਇੱਕ ਮਾਨਸਾ ਦੇ ਮੁੰਡੇ ਨਾਲ ਕੰਟੈਕਟ 'ਚ, ਇੱਕ ਨਵਾਂ ਸ਼ਹਿਰ ਦੇ ਮੁੰਡੇ ਨਾਲ ਕੰਟੈਕਟ 'ਚ, ਇੱਕ ਗੁਰਦਾਸਪੁਰ ਦੇ ਮੁੰਡੇ ਨਾਲ ਕੰਟੈਕਟ 'ਚ। ਤੇ 5 ਬੰਦਿਆਂ ਨੂੰ, ਮੈਨੂੰ ਲੱਗਦਾ ਕਿ 5 ਨੂੰ ਅਲੱਗ-ਅਲੱਗ ਚੱਕਿਆ ਹੋਊਗਾ ਪੁਲਿਸ ਨੇ ਆਪਣੇ ਆਪਣੇ ਥਾਵਾਂ ਤੋਂ। ਜਿੱਦਾਂ ਸੁਖਚੈਨ ਨੂੰ ਸਹਿਰਾ ਪਿੰਡ ਤੋਂ 26 ਜੂਨ ਨੂੰ ਚੱਕਿਆ ਤੇ 28 ਤਰੀਕ ਨੂੰ ਇਹਨਾਂ ਦੀ ਗ੍ਰਿਫਤਾਰੀ ਦਿਖਾਤੀ ਇੱਕ ਨਾਕੇ ਤੇ ਨਾਲ ਪਿਸਤੌਲ ਪਾਤਾ ਤੇ ਨਾਲ 7 ਕਾਰਤੂਸ ਪਾਤੇ ਤੇ ਕਰਤਾ। ਮੇਰਾ ਇਹ ਮੰਨਣਾ ਵਾ ਕਿ ਇਹ ਸਾਰਾ ਕਨਕੌਕਟਡ ਸਟੋਰੀ ਆ, ਝੂਠੀ ਸਟੋਰੀ ਆ। ਇਹ ਇੱਕ ਪੈਟਰਨ ਬਣ ਰਿਹਾ ਵਾ ਪੰਜਾਬ ਪੁਲਿਸ ਵੱਲੋਂ। ਹੋ ਸਕਦਾ ਇਹਦੇ ਪਿੱਛੇ ਵੱਡੀਆਂ ਦੇਸ਼ ਦੀਆਂ ਏਜੰਸੀਜ਼ ਇਨਵੋਲਵਡ ਨੇ। ਉਹ ਹਰ ਥੋੜੇ ਸਮੇਂ ਬਾਅਦ ਕੋਈ ਨਾ ਕੋਈ ਆਪਣੀ ਇਸ ਤਰ੍ਹਾਂ ਦੀ ਕਹਾਣੀ ਬਣਾ ਕੇ ਪੇਸ਼ ਕਰਦੇ ਨੇ, ਜਿਹਦੇ ਨਾਲ ਇਹ ਨਜ਼ਰ ਆਉਂਦਾ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦਾ ਮਾਹੌਲ ਤਾਂ ਬਹੁਤ ਖਰਾਬ ਹੋ ਗਿਆ ਬਈ, ਖਾਲਿਸਤਾਨ ਤਾਂ ਬਣਨ ਦੇ ਕੰਢੇ ਪਿਆ ਵਾ ਤੇ 2020 ਰੈਫਰੈਂਡਮ ਦੇ ਵਿੱਚ ਬਹੁਤ ਲੋਕਾਂ ਦੀ ਸ਼ਮੂਲੀਅਤ ਹੋ ਰਹੀ ਹੈ। ਆਪ ਹੀ ਬਣਾ ਰਹੇ ਨੇ ਮਾਹੌਲ, ਜਦ ਕਿ ਡਾਕਟਰ ਸਾਹਿਬ ਬੈਠੇ ਨੇ, ਡਾਕਟਰ ਗਾਂਧੀ ਇੱਧਰ ਘੁਮਾਈ ਬੇਟੇ, ਇਹ ਸਾਬਕਾ ਮੈਂਬਰ ਪਾਰਲੀਮੈਂਟ ਨੇ ਔਰ ਇਹ ਹਿਊਮਨ ਰਾਈਟਸ ਦੇ ਸਭ ਤੋਂ ਵੱਡੇ ਵੋਟਰੀ ਨੇ। ਅੱਜ ਸਾਡੇ ਨਾਲ 2 MLAs ਆਏ ਨੇ, ਆ ਪਿਰਮਲ ਸਿੰਘ ਖਾਲਸਾ, ਇਹ MLA ਭਦੌੜ ਨੇ, ਉਹ ਬੈਠੇ ਨੇ ਜਗਦੇਵ ਸਿੰਘ ਕਮਾਲੂ MLA ਮੌੜ ਬੈਠੇ ਨੇ, ਜਿੱਥੇ ਮੌੜ ਬੰਬ ਬਲਾਸਟ ਹੋਇਆ, ਜਿਹੜਾ ਪੁਲਿਸ ਦੇ ਕੋਲੋਂ ਅੱਜ ਤੱਕ ਸੋਲਵ ਨਹੀਂ ਹੋਇਆ। ਅੱਜ ਇਹ ਸਾਰੇ ਜਿਹੜੇ ਪਬਲਿਕ ਦੇ ਨੁਮਾਇੰਦੇ ਨੇ ਸੇਰਾ ਪਿੰਡ ਵਿੱਚ ਨੇ ਔਰ ਅਸੀਂ ਗਵਾਹੀ ਦੇਣ ਆਏ ਔਰ ਪਿੱਛੇ ਪੰਚਾਇਤ ਤੇ ਸਰਪੰਚ ਇਹ ਸਾਰਿਆਂ ਨੇ ਗਵਾਹੀ ਦਿੱਤੀ ਹੈ। ਮੈਂ ਇੰਪੋਰਟੈਂਟ ਗੱਲ ਭੁੱਲ ਚੱਲਿਆ ਸੀਗਾ, ਆ ਬੈਠੇ ਨੇ ਪਿੰਡ ਦੇ ਹਾਕਮ ਸਿੰਘ ਜੀ ਸਰਪੰਚ ਨੇ। ਸਰਪੰਚ ਸਾਹਿਬ, ਇਹ ਮੁੰਡੇ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ? ਇਹਨਾਂ ਨੂੰ 8:30 ਵਜੇ 26 ਤਰੀਕ ਨੂੰ 26 ਜੁਲਾਈ ਨੂੰ ਹਾਂਜੀ। ਪਿੰਡੋਂ ਲੈ ਕੇ ਗਏ? ਪਿੰਡੋਂ ਸਾਡੀ ਮੇਰੇ ਪੰਚ ਸੀਗਾ ਮਲਕੀਤ ਸਿੰਘ, ਪਰਮਜੀਤ ਸਿੰਘ, ਜੂਨ ਸੌਰੀ ਹਾਂਜੀ, ਤੇ ਜੱਸੀ ਮੁੰਡਾ ਸੀਗਾ ਇੱਕ। ਤੇ ਪਿੰਡੋਂ ਲੈ ਕੇ ਗਏ? ਪਿੰਡੋਂ ਲੈ ਕੇ ਕੋਈ ਉਹਦੇ ਕੋਲ ਹਥਿਆਰ ਸੀਗਾ? ਬਿਲਕੁਲ ਨਹੀਂ ਜੀ, ਇਕੱਲੇ ਨੂੰ ਖਾਲੀ ਕੋਈ ਉਹਦੇ ਕੋਲ ਇਦਾਂ ਦੇ ਦਸਤਾਵੇਜ਼, ਕੋਈ ਖਾਲਿਸਤਾਨ ਨਾਲ ਕਨੈਕਟਡ ਕੋਈ ਐਕਟੀਵਿਟੀ? ਕੁਝ ਨਹੀਂ ਤਾਂ ਜੀ, ਕੋਈ ਉਹਦਾ ਪਿਛੋਕੜ? ਨਾ ਜੀ, ਬਿਲਕੁਲ ਨਹੀਂ ਜੀ, ਕੁਝ ਨਹੀਂ ਸੀ। ਕਦੇ ਉਹਨਾਂ ਦਾ 751 ਦੀ ਜ਼ਮਾਨਤ ਨਹੀਂ ਹੋਈ ਜੀ ਇਹਨਾਂ ਦੀ। ਫਿਰ ਤੁਸੀਂ ਪੜਿਆ ਅਖਬਾਰਾਂ ਵਿੱਚ ਕਿ 28 ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ? ਹਾਂਜੀ ਪੜਿਆ ਜੀ। ਤੇ ਉਹਦੇ 'ਚ ਪਿਸਤੌਲ ਪੈ ਗਿਆ? ਪਿਸਤੌਲ ਪੈ ਗਿਆ, ਨਾਕੇ ਤੇ ਫੜ ਲਿਆ? ਨਾਕੇ ਤੇ ਫੜ ਲਿਆ ਜੀ, ਪਰ ਲੈ ਕੇ ਸਾਡੇ ਪਿੰਡੋਂ ਗਏ ਨੇ ਜੀ। ਇਹ ਸਰਪੰਚ ਇਲੈਕਟਿਡ ਰਿਪਰੈਜ਼ੈਂਟੇਟਿਵ ਆ ਪਿੰਡ ਦੇ, ਔਰ ਮਾਫ ਕਰਨਾ, ਇਹ ਰੂਲਿੰਗ ਪਾਰਟੀ ਨਾਲ ਕਨੈਕਟਡ, ਸਾਡੇ ਨਾਲ ਕੋਈ ਪਾਰਟੀ ਪੱਖ ਦੇ ਉੱਤੇ ਨਹੀਂ ਆਏ ਇਹ ਬਿਲਕੁਲ ਵੀ। ਇਹ ਇਸ ਵਕਤ ਰੂਲਿੰਗ ਪਾਰਟੀ ਦੇ ਨਾਲ ਕਨੈਕਟਡ ਨੇ, ਪਰ ਇਹਦੀ ਮੈਂ ਦਲੇਰੀ ਨੂੰ ਦਾਤ ਦਿੰਦਾ ਹਾਕਮ ਸਿੰਘ ਸਰਪੰਚ ਦੀ ਨੂੰ, ਇਹਦੀ ਬਹਾਦਰੀ ਨੂੰ, ਕਿ ਇਹ ਆਪਣੇ ਪਿੰਡ ਦੇ ਬੇਗੁਨਾਹ ਲੋਕਾਂ ਦੇ ਵਾਸਤੇ ਇਹਨੇ ਕਿਹਾ ਕਿ ਅਗਰ ਲੋੜ ਪਈ ਤਾਂ ਮੈਂ ਜੈਨੂਅਨ ਬਿਆਨ ਦੂੰ। ਇਹਨਾਂ ਦਾ ਬਿਆਨ ਪੜਿਆ ਮੈਂ, ਇਹ ਜਿੱਦਣ ਪਹਿਲੇ ਦਿਨ ਬਿਆਨ ਛਪਿਆ ਨਾ, ਇਹ ਟਾਈਮਜ਼ ਆਫ ਇੰਡੀਆ ਦਾ ਅਖਬਾਰ ਦਾ ਬਿਆਨ ਹੈ ਕਿ ਪਿੰਡ ਵਾਲਿਆਂ ਨੇ ਤੇ ਪਰਿਵਾਰ ਵਾਲਿਆਂ ਨੇ ਗੁਹਾਰ ਲਾਈ ਹੈ ਕਿ ਸਾਡੇ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਆ। ਹਾਕਮ ਸਿੰਘ ਦੀ ਸਟੇਟਮੈਂਟ ਮੈਂ ਟਾਈਮਜ਼ ਆਫ ਇੰਡੀਆ ਅਖਬਾਰ ਵਿੱਚ ਪੜ੍ਹ ਕੇ ਇਹਨਾਂ ਨੂੰ ਲੱਭ ਕੇ ਕੰਟੈਕਟ ਕੀਤਾ ਔਰ ਇਹਨਾਂ ਦੀ ਫਰਾਕ ਦਿਲੀ ਸੀ ਕਿ ਤੁਸੀਂ ਆਓ ਪਿੰਡ, ਮੌਕਾ ਰੱਖੋ, ਮੀਡੀਆ ਸੱਦੋ, ਅਸੀਂ ਸਾਰੇ ਸਹੀ ਬਿਆਨ ਕਰਾਂਗੇ। ਇੱਥੇ ਇੱਕ ਪੰਚ ਨੇ ਸਰਦਾਰ ਮਲਕੀਤ ਸਿੰਘ ਜੀ, ਆ ਖੜੇ ਨੇ ਜੀ, ਇਹਨਾਂ ਦਾ ਭਾਈਚਾਰਾ ਵੀ, ਇਹ ਵੀ ਦਲਿਤ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ। ਮਲਕੀਤ ਸਿੰਘ ਜੀ, ਤੁਸੀਂ ਦੱਸੋ ਕੀ ਹੋਇਆ? ਸਰ ਜੀ ਉੱਥੇ ਜਦੋਂ ਆਏ ਆ ਸਾਨੂੰ ਬੁਲਾਇਆ ਉੱਥੇ ਵੀ ਤੁਸੀਂ ਆਓ ਉੱਥੇ,
ਤੇ ਉਹ ਭਾਜੀ ਜਿਹੜੇ ਸੁਖਚੈਨ ਦੇ ਮੁੰਡਾ ਉਹ ਉਹਨਾਂ ਨੇ ਕੋਲ ਬਿਠਾਇਆ ਹੋਇਆ ਸੀਗਾ ਪੁਲਿਸ ਵਾਲਿਆਂ ਨੇ? ਹਾਂ ਪੁਲਿਸ ਵਾਲਿਆਂ ਨੇ ਜੀ ਆਪਣਾ ਸਿਵਲ 'ਚ ਸੀਗੇ, ਪ੍ਰਾਈਵੇਟ ਕੱਪੜਿਆਂ 'ਚ? ਹਾਂ ਪ੍ਰਾਈਵੇਟ ਕੱਪੜੇ ਸੀਗੇ। ਤੇ ਸਾਨੂੰ ਅਸੀਂ ਪੁੱਛਿਆ ਜੀ ਇਹਨਾਂ ਨੂੰ ਵੀ ਸਾਨੂੰ ਕੋਈ ਗੱਲ ਦੱਸੋ ਵੀ ਕਿਉਂ ਉਹਨਾਂ ਨੂੰ ਕਿੱਧਰ ਆਏ ਤੁਸੀਂ ਕਹਿੰਦਾ ਅਸੀਂ ਪਟਿਆਲੇ ਆਏ ਜੀ CI ਸਟਾਫ ਤੋਂ। ਠੀਕ ਹੈ ਜੀ। ਵੀ ਇਹਨਾਂ ਨੂੰ ਅਸੀਂ ਲੈ ਕੇ ਜਾਣਾ ਸੀ ਕਿ ਸਾਨੂੰ ਕੋਈ ਗੱਲ ਤਾਂ ਦੱਸੋ ਵੀ ਕੀ ਗੁਨਾਹ ਹੈ ਇਹਨਾਂ ਦਾ। ਕਹਿੰਦੇ ਇਹਨਾਂ ਦਾ ਕੋਈ ਮੋਬਾਈਲ ਗੁੰਮਿਆ ਸੀ ਤੇ ਜਿਹੜਾ ਇਹਦਾ ਸਿਮ ਹੈ ਉਹ ਸਿਮ ਤੋਂ ਕੋਈ ਗਲਤ ਫੋਨ ਫਾਨ ਕਿਧਰੇ ਗਏ ਹੋਏ ਨੇ, ਅਸੀਂ ਉਹਦੇ ਕਰਕੇ ਇਹਦੀ ਪੁੱਛਗਿੱਛ ਕਰਨੀ ਹੈ। ਫਿਰ ਅਸੀਂ ਮੁੰਡੇ ਨੂੰ ਵੀ ਪੁੱਛਿਆ ਜੀ ਵੀ ਤੇਰਾ ਸਿਮ, ਉਹ ਕਹਿੰਦਾ ਵੀ ਗੁੰਮਿਆ ਤਾਂ ਹੈ ਸੀ, ਬਹੁਤ ਪੁਰਾਣੀ ਗੱਲ ਹੈ। ਫਿਰ ਮੈਂ ਉਹਦੀ ਉਹ ਵੀ ਨਹੀਂ ਕਰਾਈ ਸੀ, ਕੰਪਲੇਂਟ ਨਹੀਂ ਕੀਤੀ? ਕੰਪਲੇਂਟ ਨਹੀਂ ਕਰਾਈ ਹੋਈ ਵੀ ਕਿਤੇ ਉਹ ਨਾ ਹੋ ਗਿਆ ਹੋਵੇ। ਅਸੀਂ ਕਿਹਾ ਫਿਰ ਇਹ ਤਾਂ ਅਸੀਂ ਇੰਨੀ ਕੁ ਤਾਂ ਅਸੀਂ ਜ਼ਿੰਮੇਵਾਰੀ ਲੈ ਲੈਂਦੇ ਹਾਂ ਪੰਚਾਇਤ। ਪਰ ਜਿਹੜੀ FIR ਆਪਾਂ ਸਭ ਨੇ ਪੜ੍ਹੀ ਆ, FIR ਵਿੱਚ ਤਾਂ ਸਿਮ ਦਾ ਕੋਈ ਜ਼ਿਕਰ ਹੀ ਨਹੀਂਗਾ। ਇਹ ਤਾਂ ਫਿਰ ਝੂਠੇ ਹੈ ਜੀ, ਇਹ ਤਾਂ ਸਰੋਸਰੀ ਝੂਠ ਬੋਲ ਰਹੇ ਹੈ ਜੀ। ਉਹ ਕੋਈ ਹਥਿਆਰ ਸੀਗਾ ਇਹਦੇ ਕੋਲ ਬਰਾਮਦ ਹੋਇਆ ਤੁਹਾਡੇ ਸਾਹਮਣੇ? ਨਹੀਂ ਜੀ ਬਿਲਕੁਲ, ਹਥਿਆਰ ਤਾਂ ਇਹਦੇ ਕਦੇ ਕੋਲ ਹੀ ਨਹੀਂ ਦੇਖਿਆ ਸੀ। ਕਦੀ ਕੋਈ ਇਹਦੀ ਕਿਸੇ ਤਰ੍ਹਾਂ ਦੀ ਕੋਈ ਗਤੀਵਿਧੀ ਇਹਦੀ ਜਿਹੜੀ ਕੋਈ ਦੇਸ਼ ਵਿਰੋਧੀ ਹੋਵੇ, ਸਰਕਾਰ ਵਿਰੋਧੀ ਹੋਵੇ, ਕੋਈ ਗਤੀਵਿਧੀ? ਨਹੀਂ ਜੀ ਨਹੀਂ। ਸਾਡੇ ਜਦੋਂ ਦੀ ਅਸੀਂ ਸੋਚੀ ਸੰਭਲੀ ਆ, ਜਦੋਂ ਦੇ ਇਹਨੂੰ ਦੇਖ ਰਹੇ ਹਾਂ, ਅਸੀਂ ਤਾਂ ਇੱਥੇ ਮਿਹਨਤ ਮਜ਼ਦੂਰੀ ਕਰਦੇ ਦੇਖ ਰਹੇ ਹਾਂ ਇਹਨਾਂ ਨੂੰ। ਦੋਸਤੋ ਇਹ ਹੁਣ ਇੱਕ ਪਿੰਡ ਦੇ ਇਲੈਕਟਿਡ ਰਿਪਰੈਜ਼ੈਂਟੇਟਿਵ, ਜਿਹਨੂੰ ਆਪਾਂ ਕਹਿੰਦੇ ਕਿ ਚੁਣੇ ਹੋਏ ਨੁਮਾਇੰਦੇ ਦੀ ਜਿਹੜੀ ਹੈਗੀ ਆ ਰੁਤਬਾ ਬਹੁਤ ਉੱਚਾ ਬਈ। ਆਹ ਸਰਪੰਚ ਬੈਠੇ ਨੇ, ਬਲਕਿ 2 ਪੰਚ ਆ, ਦੂਸਰਿਆਂ ਤੋਂ ਹਲੇ ਮੈਂ ਗੱਲ ਨਹੀਂ ਕੀਤੀ। ਇਹ ਪਿੰਡ ਦੇ ਪੰਚ ਗਵਾਹੀ ਦੇ ਰਹੇ ਨੇ ਔਰ ਇਹਨਾਂ ਦੇ ਭਾਈਚਾਰੇ ਦੇ ਪੰਚ ਨੇ, ਔਰ ਇਹਨਾਂ ਨੇ ਗਵਾਹੀ ਦਿੱਤੀ ਆ ਕਿ ਇਹ ਮੁੰਡਾ ਬਿਲਕੁਲ ਮਿਹਨਤ ਕਰਨ ਵਾਲਾ ਇੱਕ ਨੌਜਵਾਨ ਕਿਸੇ ਗਤੀਵਿਧੀ 'ਚ ਨਹੀਂ। ਆਫਟਰ ਆਲ ਜਦੋਂ ਕੋਈ ਤੁਸੀਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਐਡੇ ਵੱਡੀ ਸੰਸਥਾ ਦੇ ਵਿੱਚ ਜਾ ਕੇ ਕੰਮ ਕਰਦੇ, ਕੁਝ ਤਾਂ ਪਹਿਲਾਂ ਰਿਕਾਰਡ ਹੋ ਪੁਲਿਸ ਦੇ ਕੋਲ। ਔਰ ਜਿੱਦਣ ਇਹਨੂੰ ਗ੍ਰਿਫਤਾਰ ਕੀਤਾ ਇੱਥੋਂ ਪਿੰਡੋਂ ਲੈ ਕੇ ਗਏ ਨੇ, ਇਹਨਾਂ ਨੇ ਦੱਸਤਾ ਵਾ ਕਿ 3 ਆਦਮੀ ਸਿਰਫ ਪੁਲਿਸ ਵਾਲੇ ਆਏ ਨੇ ਸਿਵਲ ਕੱਪੜਿਆਂ 'ਚ। ਤੇ ਜੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਿਸੇ ਵੱਡੇ ਅੱਤਵਾਦੀ ਨੂੰ ਗ੍ਰਿਫਤਾਰ ਕਰਨਾ ਤੇ ਮੇਰੇ ਹਿਸਾਬ ਨਾਲ ਪਿੰਡ ਨੂੰ ਘੇਰਾ ਪਿਆ ਹੋਣਾ ਚਾਹੀਦਾ ਸੀਗਾ, ਘੱਟੋ ਘੱਟ 200 ਪੁਲਿਸ ਮੁਲਾਜ਼ਮ ਆਉਣਾ ਸੀਗਾ। ਇਹ ਆਪਣੇ ਆਪ ਵਿੱਚ ਦਰਸਾਉਂਦਾ ਕਿ ਇਹ ਸਾਰੀ ਫਿਕਟੀਸ਼ੀਅਸ ਅਰੈਸਟ ਆ, ਇਹ ਸਾਰਾ ਕੰਕੌਕਟਡ ਕੇਸ ਆ, ਇਹ ਸਾਰੀ ਝੂਠੀ ਤੇ ਮਨ ਘੜਤ ਕਹਾਣੀ ਆ। ਔਰ ਇਹ ਬੇਗੁਨਾਹ ਜਿਹੜਾ ਗਰੀਬ ਆ ਉਹਦਾ ਸ਼ਿਕਾਰ ਹੋਇਆ ਵਾ, ਪਰ ਦਾਤ ਦਿਨਾਂ ਪਿੰਡ ਵਾਲਿਆਂ ਦੇ ਜਿਹੜੇ ਇਹਦੀ ਗਵਾਹੀ ਦੇਣ ਨੂੰ ਤਿਆਰ ਹੈ। ਔਰ ਆ ਹੁਣ ਮੈਂ ਇਸੇ ਟਾਈਮਜ਼ ਆਫ ਇੰਡੀਆ ਚੋਂ ਰਿਪੋਰਟ ਚੋਂ ਪੜ੍ਹਨ ਲੱਗਿਆ ਥੋੜਾ ਜਿਹਾ, ਸਾਰੀ ਦੁਨੀਆ ਵਿੱਚ ਬੈਠੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਪੁਲਿਸ ਕੀ ਇਲਜ਼ਾਮ ਲਾ ਰਹੀ ਹੈ। DGP ਸਾਹਿਬ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਆ ਉਦਣ, ਜਿੱਦਣ ਇਹ ਸੁਖਚੈਨ ਸਿੰਘ ਤੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਇਹਨੇ ਪ੍ਰੈਸ ਰਿਲੀਜ਼ ਇਸ਼ੂਡ ਔਨ ਸੰਡੇ, ਪੰਜਾਬ DGP ਦਿਨਕਰ ਗੁਪਤਾ had claimed to have busted Pakistan-backed terror modules and arrested 3 members of Khalistan Liberation Front who were to target social religious leaders, disturb communal harmony of the state. Police claimed to have arrested Sukhchand along with 2 others, while one of his associates from Kaithal was arrested by Delhi police. मतलब DGP ਸਾਹਿਬ ਇੱਕ ਬਿਆਨ ਦੇ ਰਹੇ ਨੇ ਔਰ ਇੱਕ ਲੋਕਾਂ ਦੇ ਵਿੱਚ ਇੱਕ ਮਾਹੌਲ ਪੈਦਾ ਕਰ ਰਹੇ ਨੇ। ਔਰ ਇਹ ਜਿਹੜੀ ਅਰੈਸਟਾਂ ਇਦਾਂ ਦੀਆਂ ਤੁਸੀਂ ਨੋਟ ਕਰੋਗੇ ਚੰਗੀ ਤਰ੍ਹਾਂ, ਪੰਜਾਬ ਦੇ ਲੋਕਾਂ ਨੂੰ ਹੈਗਾ, ਗੌਰ ਕਰਿਓ। ਇਹ ਹਫਤੇ 10 ਦਿਨ ਬਾਅਦ ਇੱਕ ਅੱਧੀ ਖਬਰ ਇੱਕ ਆਊਗੀ ਪੱਕੀ ਕਿ ਖਾਲਿਸਤਾਨ ਦਾ ਮੋਡਿਊਲ ਬਸਟ ਕਰਤਾ, ਹਥਿਆਰ ਫੜ ਲਏ, ਲਿਟਰੇਚਰ ਫੜ ਲਈ। ਇਹਨਾਂ ਨੇ 2020 ਵਿੱਚ ਰੈਫਰੈਂਡਮ 'ਚ ਹਿੱਸਾ ਲੈਣਾ ਸੀਗਾ। ਇੱਕ ਪੈਟਰਨ ਸੈੱਟ ਪੈਟਰਨ ਆ। ਔਰ ਯੂਆਪਾ ਕਾਨੂੰਨ ਦੇ ਤਹਿਤ 16 ਪਰਚੇ ਦਰਜ ਹੋਏ ਨੇ ਪੰਜਾਬ ਦੇ ਵਿੱਚ ਆ ਪਿਛਲੇ ਦਿਨਾਂ ਦੇ ਵਿੱਚ। ਔਰ ਮੈਂ ਪਹਿਲਾਂ ਵੀ ਕੋਟ ਕੀਤਾ, ਮੈਂ ਫਿਰ ਕਰਦਾ। ਆ ਇੱਕ ਆਰਟੀਕਲ ਮੈਂ ਤੁਹਾਨੂੰ ਦਿਖਾਉਣ ਲੱਗਿਆ। ਇਹ ਆਰਟੀਕਲ ਕਾਂਗਰਸ ਦੇ ਸਭ ਤੋਂ ਵੱਡੇ ਆਗੂ ਜਿਹੜੇ ਸਪੋਕਸਪਰਸਨ ਵੀ ਰਹੇ, ਮਿਨਿਸਟਰ ਵੀ ਰਹੇ, ਸੁਪਰੀਮ ਕੋਰਟ ਦੇ ਸਭ ਤੋਂ ਟੌਪ ਦੇ ਲਾਇਰ ਕਪਿਲ ਸਿੱਬਲ ਦਾ ਇਹ ਲਿਖਿਆ ਆਰਟੀਕਲ ਹੈ। ਆਰਟੀਕਲ ਪੁਰਾਣਾ ਨਹੀਂਗਾ ਮੇਰੇ ਵੀਰੋ, 30 ਜੂਨ 2020 ਦਾ ਆਰਟੀਕਲ ਹੈ, ਹੁਣੇ ਅੱਜ ਤੋਂ 8 ਦਿਨ ਪਹਿਲਾਂ ਦਾ। ਕਪਿਲ ਸਿੱਬਲ ਕੀ ਲਿਖਦੇ ਨੇ? ਕਪਿਲ ਸਿੱਬਲ ਨੇ ਕਿਹਾ ਕਿ ਯੂਆਪਾ ਵੈਨ ਦ ਲਾਅ ਟਰਨਸ ਓਪਰੈਸਿਵ, ਇਸ ਨੂੰ ਓਪਰੈਸਿਵ, ਰਿਗਰੈਸਿਵ, ਇਸ ਨੂੰ ਡ੍ਰੈਕੋਨੀਅਨ, ਇਹ ਸਾਰੇ ਸ਼ਬਦ ਇਸ ਆਰਟੀਕਲ ਵਿੱਚ ਵਰਤੇ ਕਪਿਲ ਸਿੱਬਲ ਨੇ। ਔਰ ਕਪਿਲ ਸਿੱਬਲ ਨੇ ਇਸ ਕਾਨੂੰਨ ਦਾ ਦੁਰਉਪਯੋਗ ਦਾ ਹਵਾਲਾ ਦਿੱਤਾ। ਆ ਲਓ, ਇਹ ਹਵਾਲੇ ਦੇ ਨਾਮ ਦਿੱਤੇ ਨੇ, ਹਵਾਲੇ ਦੇ ਨਾਮ ਦਿੱਤੇ ਨੇ ਕਿ ਜਿਨ੍ਹਾਂ ਲੋਕਾਂ ਤੇ ਬੀਜੇਪੀ ਦੀ ਸਰਕਾਰ ਗਲਤ ਤਰੀਕੇ ਨਾਲ ਉਹਨਾਂ ਦੀ ਆਵਾਜ਼ ਦਬਾਉਣ ਵਾਸਤੇ ਕਾਨੂੰਨ ਲਾ ਰਹੀ ਆ। ਉਹਦੇ ਵਿੱਚ ਉਹਨਾਂ ਨੇ ਕਿਹਾ ਸਮ ਡਿਸਟਰਬਿੰਗ ਐਗਜ਼ਾਮਪਲਸ ਅਮੰਗ ਅਦਰਸ ਆਰ ਅਖਿਲ ਗੋਗੋਈ, RTI ਐਕਟਿਵਿਸਟ, ਸਫੂਰਾ ਜਰਗਰ, a research scholar from Jamia Millia, Anand Teltumbde and Gautam Navlakha, both who done seminal work in protecting India's vulnerable communities, namely Dalits and Adivasis. ਇਹ ਦਲਿਤਾਂ ਤੇ ਆਦੀਵਾਸੀਆਂ ਲਈ ਕੰਮ ਕਰਦੇ ਸੀਗੇ।
ਔਰ ਅੱਗੇ ਆ ਗਿਆ ਮਸਰਤ ਜਹਾਰਾ 26 ਸਾਲ ਦੀ ਇੰਟਰਨੈਸ਼ਨਲੀ ਐਕਲੇਮਡ ਫੋਟੋ ਜਰਨਲਿਸਟ। ਉਮਾਰ ਖਲੀਦ ਜਿਹੜਾ ਦਿੱਲੀ ਦੀ ਸ਼ਾਹੀਨ ਬਾਗ ਦੇ ਵਿੱਚ ਤਕਰੀਰਾਂ ਕਰਦਾ ਸੀ, ਤੇ ਗੌਹਾਰ ਗਿਲਾਨੀ ਕਸ਼ਮੀਰ ਦਾ ਇੱਕ ਆਥਰ ਤੇ ਜਰਨਲਿਸਟ। ਇਹ ਮੈਂ ਨਹੀਂ ਕਹਿ ਰਿਹਾ, ਇਹ ਕਾਂਗਰਸ ਦੇ ਕਪਿਲ ਸਿੱਬਲ ਕਹਿ ਰਹੇ ਨੇ ਕਿ ਇਸ ਕਾਨੂੰਨ ਦਾ ਦੇਸ਼ ਵਿੱਚ ਦੁਰਉਪਯੋਗ ਹੋ ਰਿਹਾ ਬੀਜੇਪੀ ਦੀ ਸਰਕਾਰ। ਔਰ ਕਾਂਗਰਸ ਨੇ ਦਿੱਲੀ ਵਿੱਚ ਜਦੋਂ ਇਹ ਕਾਨੂੰਨ ਅਮੈਂਡਮੈਂਟ ਵਾਸਤੇ ਪੇਸ਼ ਕੀਤਾ ਗਿਆ ਲੋਕ ਸਭਾ 'ਚ, ਕਾਂਗਰਸ ਨੇ ਇਸ ਦੇ ਖਿਲਾਫ ਵਾਕਆਊਟ ਕੀਤਾ, ਇਹਦਾ ਵਿਰੋਧ ਕੀਤਾ। ਪਰ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਇਸ ਕਾਨੂੰਨ ਨੂੰ ਇਨਡਿਸਕ੍ਰਿਮੀਨੇਟਲੀ ਯੂਜ਼ ਕਰ ਰਹੇ ਨੇ ਬਹੁਤ ਵੱਡੇ ਪੱਧਰ ਦੇ ਉੱਤੇ। 16 ਆਦਮੀਆਂ ਦੇ 16 FIRs, ਉਹਦੇ 'ਚ ਪਤਾ ਨਹੀਂ ਕਿੰਨੇ ਆਦਮੀ ਇਨਵੋਲਵ ਕਰਤੇ। ਔਰ ਇਹ ਮੈਂ ਸਮਝਦਾ ਕਿ ਦੋਹਰੇ ਮਾਪਦੰਡ ਨੇ। ਬਾਕੀ ਦੇ ਦੇਸ਼ ਵਿੱਚ ਕਾਂਗਰਸ ਨੂੰ ਲੱਗਦਾ ਕਿ ਕਾਨੂੰਨ ਬਹੁਤ ਮਾੜਾ ਵਾ, ਇਹ ਕਾਨੂੰਨ ਜਿਹੜਾ ਹੈ ਇਹ ਜ਼ੁਲਮ ਢਾਉਣ ਵਾਲਾ ਵਾ। ਪਰ ਪੰਜਾਬ ਦੀ ਸਰਕਾਰ ਨੂੰ ਲੱਗਦਾ ਨਹੀਂ ਇਹ ਕਾਨੂੰਨ ਤਾਂ ਬਹੁਤ ਚੰਗਾ ਵਾ, ਇਹ ਕਾਨੂੰਨ ਨੂੰ ਤਾਂ ਵਰਤ ਕੇ ਅਸੀਂ ਜਿਹਨੂੰ ਮਰਜ਼ੀ ਫੜ ਕੇ ਅੰਦਰ ਦੇ ਸਕਦੇ। ਔਰ ਮੈਂ ਫਿਰ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ, ਆਫਟਰ ਆਲ ਅਸੀਂ ਵੀ ਸਾਰੇ 25 30 ਸਾਲ ਪੋਲੀਟੀਕਲ ਲਾਈਫ ਵਿੱਚ ਵਿਚਰਦੇ ਹਾਂ। ਬੰਦੇ ਦੇ ਚਿਹਰੇ ਤੋਂ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਕਿੱਡੇ ਵੱਡੇ ਅੱਤਵਾਦੀ ਨੇ। ਬੰਦੇ ਦੇ ਚਿਹਰੇ ਤੋਂ ਤੁਸੀਂ ਪਛਾਣ ਸਕਦੇ ਹੋ। ਔਰ ਇਸ ਐਕਸਪੀਰੀਅੰਸ ਤੋਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਬਹੁਤ ਦੁੱਖਦਾਈ ਗੱਲ ਆ ਕਿ ਇਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਵਾ। ਠੀਕ ਆ, ਤੁਸੀਂ ਆਵਾਜ਼ ਦਬਾ ਰਹੇ ਹੋ, ਮੰਨ ਲਿਆ, ਕੋਈ ਗੱਲ ਨਹੀਂ ਗੀ, ਪਰ ਘੱਟੋ ਘੱਟ ਝੂਠੇ ਮੁਕੱਦਮੇ ਗਰੀਬਾਂ ਤੇ ਤਾਂ ਦਰਜ ਨਾ ਕਰੋ। ਦਲਿਤਾਂ ਨੂੰ ਤਾਂ ਸਪੇਅਰ ਕਰ ਦਿਓ, ਜਿਹੜੇ ਵਿਚਾਰੇ 2 ਵਕਤ ਦੀ ਰੋਟੀ ਤੋਂ ਮੁਹਤਾਜ ਆ। ਤੁਸੀਂ ਇਹਨਾਂ ਕੋਲ ਤਾਂ ਵਕੀਲ ਵੀ ਨਹੀਂ ਖੜਾ ਕਰ ਹੋਣਾ ਉੱਥੇ ਕਦੀ, ਇਹ ਤਾਂ ਅੰਦਰ ਹੀ ਰਹਿ ਜਾਊਗਾ ਬੱਚਾ। ਇਹਨਾਂ ਕੋਲ ਇੰਨੇ ਸਾਧਨ ਨਹੀਂਗੇ ਕਿ ਹਾਈ ਕੋਰਟ ਸੁਪਰੀਮ ਕੋਰਟ ਵਿੱਚ ਲੱਖਾਂ ਰੁਪਏ ਖਰਚ ਕਰਕੇ, ਇਹਨਾਂ ਨੂੰ ਪਤਾ ਵਾ ਪੁਲਿਸ ਨੂੰ ਤੇ ਸਟੇਟ ਨੂੰ ਕਿ ਇਹਨਾਂ ਨੂੰ ਟਾਰਗੇਟ ਕਰੋ ਨਾ ਇਹ ਬੋਲਣ। ਇਹ ਤਾਂ ਵਿਚਾਰੇ ਇੰਨੇ ਡਰਦੇ ਸੀਗੇ, ਇਹ ਤਾਂ ਪਿੰਡ ਦੀ ਪੰਚਾਇਤ ਨੇ ਹੌਸਲਾ ਅਫਜ਼ਾਈ ਦਿੱਤੀ। ਇਹ ਡਰਦੇ ਨੇ ਕਿ ਕਿਤੇ ਸਾਨੂੰ ਪੁਲਿਸ ਨਾ ਚੱਕ ਕੇ ਲੈ ਜੇ ਰਾਤੋਂ ਰਾਤ, ਇੰਨੇ ਡਰਦੇ ਨੇ। ਇਹ ਤਾਂ ਵਕੀਲ ਕਰਾਉਣ ਦੇ ਵੀ ਹੱਕ 'ਚ ਨਹੀਂਗੇ ਕਿ ਅਗਰ ਗਿਆ ਤਾਂ ਗਿਆ ਹੈਗਾ, ਇਹ ਡੈਸਟਨੀ ਤੇ ਛੱਡਿਆ। ਔਰ ਇੱਥੇ MLA ਸਾਹਿਬ ਬੈਠੇ ਨੇ ਜਗਦੇਵ ਸਿੰਘ ਕਮਾਲੂ ਮੋੜ ਦੇ। ਮੈਂ ਪੁੱਛਣਾ ਚਾਹੁੰਦਾ ਦਿਨਕਰ ਗੁਪਤਾ ਸਾਹਿਬ ਨੂੰ, ਤੁਸੀਂ ਮੋੜ ਬੰਬ ਬਲਾਸਟ ਬਾਰੇ ਕੀ ਕਰ ਰਹੇ ਹੋ ਦੱਸੋ? ਉੱਥੇ 8 ਬੱਚੇ ਮਰੇ ਸੀਗੇ, ਇੱਥੇ ਤਾਂ ਹੋਇਆ ਹੀ ਕੁਝ ਨਹੀਂਗਾ। ਝੂਠੀ ਅਰੈਸਟ, ਝੂਠਾ ਨਾਕਾ, ਝੂਠਾ ਪਿਸਤੌਲ, ਤੇ ਜਿਹੜੇ 8 ਬੱਚੇ ਮਰ ਗਏ ਮੋੜ ਬੰਬ ਬਲਾਸਟ ਵਿੱਚ, ਉਹਦੇ ਤੇ ਦੱਸੋ ਤੁਸੀਂ ਕਾਰਵਾਈ ਕੀਤੀ? ਦੈਟ ਇਜ਼ ਐਕਚੁਅਲੀ ਟੈਰਰ ਐਕਟੀਵਿਟੀ। ਔਰ ਜਿਨ੍ਹਾਂ ਨੇ ਕਰਵਾਈ, ਤੁਸੀਂ ਤੁਹਾਨੂੰ ਸਭ ਪਤਾ ਵਾ ਕਿ ਕਿੱਥੋਂ ਗੱਡੀ ਆਈ, ਕਿੱਥੇ RDX ਬਣੀ, ਪਲਾਂਟ ਕੀਤੀ ਗਈ। ਤੁਸੀਂ ਇਸ ਕਰਕੇ ਨਹੀਂ ਕਰਦੇ ਕਿਉਂਕਿ ਉੱਥੇ ਤੁਹਾਡੇ ਜਿਹੜੇ ਵੋਟ ਬੈਂਕ ਪੋਲਿਟਿਕਸ ਨਾਲ ਸਰਕਾਰਾਂ ਡਰਦੀਆਂ ਨੇ। ਮਗਰਲੀ ਵੀ ਡਰਦੀ ਸੀ ਜਿਹੜੀ ਚਲੇ ਗਈ ਆ, ਤੇ ਹੁਣ ਵਾਲੀ ਵੀ ਸਰਕਾਰ ਡਰਦੀ ਆ। ਔਰ ਦੂਜਾ ਇੱਕ ਮੈਂ ਹੋਰ ਰੀਇਟਰੇਟ ਕਰਨਾ ਚਾਹੁੰਦਾ ਕਿ ਸਾਰੇ ਪੰਜਾਬ ਦੇ ਵਿੱਚ ਇੱਕ ਮਾਹੌਲ ਦਹਿਸ਼ਤ ਦਾ ਬਣਾਇਆ ਜਾ ਰਿਹਾ। ਹਰ ਥਾਣੇ ਵਿੱਚ 100 150 ਬਿਲਕੁਲ ਨੌਜਵਾਨਾਂ ਦੀ ਲਿਸਟਾਂ ਤਿਆਰ ਕੀਤੀਆਂ ਪੁਲਿਸ ਵਾਲਿਆਂ ਨੇ, ਜਿਨ੍ਹਾਂ ਨੇ 2020 ਰੈਫਰੈਂਡਮ ਦੀ ਕੋਈ ਪੋਸਟ ਨੂੰ ਮਾੜਾ ਲਾਈਕ ਕਰਤਾ, ਕੋਈ ਸ਼ੇਅਰ ਕਰਤਾ, ਕੋਈ WhatsApp ਤੇ ਕਮੈਂਟ ਕਰਤਾ, ਕੋਈ ਸੋਸ਼ਲ ਮੀਡੀਆ ਤੇ। ਯਾਰੋ ਐਡਾ ਹਨੇਰਗਰਦੀ ਆ ਕਿ ਸੁਪਰੀਮ ਕੋਰਟ ਤਾਂ ਇਹ ਕਹਿ ਰਿਹਾ ਕਿ ਤੁਹਾਨੂੰ, ਜਾਂ ਸਾਡਾ ਫੰਡਾਮੈਂਟਲ ਰਾਈਟ ਹੈ ਐਕਸਪ੍ਰੈਸ਼ਨ ਟੂ ਫਰੀडम, ਸਾਡੇ ਸੰਵਿਧਾਨ ਦੇ ਵਿੱਚ ਦਰਜ ਆ ਬੋਲਣਾ, ਆਪਣੀ ਗੱਲ ਨੂੰ ਜ਼ਾਹਰ ਕਰਨਾ। ਲੇਕਿਨ ਪੰਜਾਬ ਦੀ ਪੁਲਿਸ ਇੰਨਾ ਵੀ ਅਲਾਉ ਨਹੀਂ ਕਰ ਰਹੀ ਕਿ ਸੋਸ਼ਲ ਮੀਡੀਆ ਤੇ ਤੁਸੀਂ ਕੋਈ ਪੋਸਟ ਵੀ ਲਾਈਕ ਕਰ ਲਓ, ਕੋਈ ਮਾੜਾ ਜਿਹਾ ਗੱਲ ਨੂੰ ਸ਼ੇਅਰ ਵੀ ਕਰ ਲਓ। ਔਰ ਬੱਚਿਆਂ ਨੂੰ ਬੁਲਾ ਕੇ ਥਾਣਿਆਂ ਦੇ ਵਿੱਚ ਉਹਨਾਂ ਦਾ ਟੋਟਲ ਰਿਕਾਰਡ, ਪਾਸਪੋਰਟ ਡਿਟੇਲਸ, ਆਧਾਰ ਕਾਰਡ ਡਿਟੇਲਸ, ਮਾਮਿਆਂ ਭੂਆ ਫੁੱਫੜਾਂ ਤੱਕ ਦੀਆਂ ਡਿਟੇਲਸ, ਔਰ ਉਹਨਾਂ ਦਾ ਭਵਿੱਖ ਖਰਾਬ ਕਰਨ ਦੇ। ਔਰ ਜੇ ਇੱਕ ਥਾਣੇ ਵਿੱਚ 150 ਆ ਤਾਂ ਲਾ ਲਓ, ਮੇਰੇ ਖਿਆਲ ਸੈਂਕੜੇ ਥਾਣੇ ਪੰਜਾਬ ਦੇ ਵਿੱਚ ਹੋਣਗੇ, ਤੇ ਕਿੰਨੇ ਬੱਚਿਆਂ ਨੂੰ ਹਰਾਸਮੈਂਟ ਕੀਤੀ ਜਾ ਰਹੀ ਆ। ਇਹ ਸਰਾਸਰ ਗਲਤ ਹੈ। ਕੈਪਟਨ ਸਾਹਿਬ, ਇਹ ਤੁਹਾਡੇ ਜ਼ਿਲ੍ਹੇ ਦਾ ਪਿੰਡ ਆ, ਇਹ ਤੁਹਾਡੇ ਜ਼ਿਲ੍ਹੇ ਦੇ ਗਰੀਬ ਪਰਿਵਾਰ ਨੇ। ਮੈਂ ਤੁਹਾਡੀ ਰਿਸਪੈਕਟ ਕਰਦਾ ਵਾਂ, ਤੁਸੀਂ ਸਾਡੇ ਨਾਲ ਉਮਰ 'ਚ ਵੱਡੇ ਹੋ, ਸਾਡੇ ਨਾਲ ਰੁਤਬੇ 'ਚ ਵੱਡੇ ਹੋ, ਤੁਹਾਡਾ ਪਿਛੋਕੜ ਬਹੁਤ ਅੱਛਾ ਵਾ। ਇੰਦਾ ਬੇਇਨਸਾਫੀ ਨਾ ਹੋਣ ਦਿਓ। ਭਾਵੇਂ ਕੋਈ ਦਿਨਕਰ ਗੁਪਤਾ ਤੁਹਾਨੂੰ ਕਵੇ, ਦਿਨਕਰ ਗੁਪਤਾ ਤਾਂ ਉਹੀ ਆ ਜਿਸ ਨੇ ਕਿਹਾ ਸੀਗਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਵਿੱਚ ਜਿਹੜੇ ਮੱਥਾ ਟੇਕਣ ਜਾਂਦੇ ਨੇ, ਉਹ 6 ਘੰਟਿਆਂ ਵਿੱਚ ਪਾਕਿਸਤਾਨ ਉਹਨਾਂ ਨੂੰ ਅੱਤਵਾਦੀ ਬਣਾ ਕੇ ਭੇਜ ਦਿੰਦਾ ਵਾ। ਤੁਸੀਂ ਇਦਾਂ ਦੇ DGP ਦੇ ਉੱਤੇ ਰਿਲਾਈ ਕਰ ਰਹੇ ਹੋ? ਆਹ ਸੋਰਸਸ ਆ। ਪਿਸਤੌਲ ਕਿੱਥੇ ਪਲਾਂਟ ਕੀਤਾ, ਚੱਕਿਆ ਮੁੰਡਾ ਕਿੱਥੋਂ, ਪਿੰਡੋਂ ਕੰਮ ਕੀ ਕਰਦਾ, ਉਹਦਾ ਪਿਛੋਕੜ ਦੇਖ ਲਓ, ਉਹਨਾਂ ਦੇ ਹਾਲਤ ਤੇ ਦੇਖ ਲਓ। ਤੁਹਾਡੇ ਆਪਣੇ ਜ਼ਿਲ੍ਹੇ ਦੇ ਵਿੱਚ ਅਗਰ ਪੁਲਿਸ ਤੁਹਾਨੂੰ ਸਹੀ ਤੱਥ ਨਹੀਂ ਦੱਸੇਗੀ ਤਾਂ ਮੈਂ ਸਮਝਦਾ ਕਿ ਬਹੁਤ ਵੱਡਾ ਬੇਇਨਸਾਫੀ। ਅੱਜ ਮੈਂ ਰਾਹ ਦੇ ਵਿੱਚ ਆਉਂਦੇ SSP ਪਟਿਆਲਾ ਨਾਲ ਗੱਲ ਕੀਤੀ ਆ, ਔਰ ਮੈਂ ਦੁਬਾਰਾ ਫਿਰ ਕਰੂੰਗਾ। ਔਰ ਮੈਂ ਉਹਨਾਂ ਨੂੰ ਕਿਹਾ ਕਿ ਕਿਰਪਾ ਕਰਕੇ ਇਸ ਕੇਸ ਨੂੰ ਰਿਵਿਊ ਕਰੋ, ਇਹਦੀ SIT ਬਣਾਓ ਪ੍ਰੋਪਰਲੀ। ਇਸ ਨੂੰ ਮਤ ਸਮਝੋ ਕੋਈ ਕਿ ਇਹ ਕੋਈ ਸਾਡਾ ਵਕਾਰੀ ਇਸ਼ੂ ਆ। ਸਾਡਾ ਕੋਈ ਵਕਾਰ ਨਹੀਂ, ਤੁਸੀਂ ਇਹਨਾਂ ਨੂੰ ਇਨਸਾਫ ਦੇ ਦਿਓ। ਅਸੀਂ ਤੁਹਾਡਾ ਧੰਨਵਾਦ ਕਰਾਂਗੇ, ਤੁਹਾਡੇ ਪੈਲੇਸ ਵਿੱਚ ਚੱਲ ਕੇ ਆਣ ਕੇ ਉੱਥੇ ਸ਼ੁਕਰੀਆ ਅਦਾ ਕਰਾਂਗੇ, ਹਾਂ ਤੁਸੀਂ ਗਰੀਬਾਂ ਨੂੰ ਛੱਡ ਦਿੱਤਾ ਵਾ। ਇਹਦੇ ਤੇ ਕੋਈ ਹੋਰ ਸਾਡਾ ਮੁੱਦਾ ਨਹੀਂਗਾ। ਸਿਰਫ ਤੇ ਸਿਰਫ ਇੱਕ ਇਹਨਾਂ ਨੂੰ ਇਨਸਾਫ ਮਿਲੇ। ਬਲਕਿ 16 ਦੀਆਂ 16 FIRs ਤੁਹਾਨੂੰ ਰਿਵਿਊ ਕਰਨੀਆਂ ਚਾਹੀਦੀਆਂ ਸਰ। ਅਗਰ ਇਹ 2 ਝੂਠੀਆਂ ਪੇਸ਼ ਕਰਤੀਆਂ, ਮੈਂ ਜੋਗਿੰਦਰ ਸਿੰਘ ਗੁੱਜਰ ਵਾਲੀ, ਹੁਣ ਸੁਖਚੈਨ ਸਿੰਘ ਸੇਰਾ ਪਿੰਡ ਵਾਲੇ ਦੀ, ਇਹਦਾ ਮਤਲਬ ਬਾਕੀ 14 ਵੀ ਜਿਹੜੀਆਂ ਤੁਹਾਡੀਆਂ ਇਦਾਂ ਹੀ ਫਰਾਡੂਲੈਂਟਲੀ ਤੁਹਾਡੀ ਪੁਲਿਸ ਨੇ ਪਲਾਂਟ ਕੀਤੀਆਂ ਨੇ, ਮੁਕੱਦਮੇ ਝੂਠੇ ਬਣਾਏ ਨੇ, ਔਰ ਇਸ ਬਣਾਏ ਆ ਕਿ ਪੰਜਾਬ ਦੇ ਵਿੱਚ
ਡਰ ਦਾ ਮਾਹੌਲ ਪੈਦਾ ਕਰੀਏ। ਸ਼ਹਿਰਾਂ ਵਿੱਚ ਲੋਕੀ ਬੈਠੇ ਉਹ ਕਹਿਣਗੇ ਲੋ 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 ਤਾਂ ਖਾਲਿਸਤਾਨ ਬਣ ਚੱਲਿਆ, ਆ ਤਾਂ ਖਾਲਿਸਤਾਨ ਦੇ ਰੋਜ਼ ਬੰਦੇ ਫੜੇ ਜਾ ਰਹੇ ਨੇ ਪਿੰਡਾਂ 'ਚੋਂ। ਆ ਸਾਰੇ ਪਿੰਡੂ ਲੋਕ ਦੱਸੋ ਯਾਰ, ਖਾਲਿਸਤਾਨ ਦੀ ਕੋਈ ਗੱਲ ਹੈ ਇੱਥੇ ਪਿੰਡਾਂ ਦੇ ਵਿੱਚ? ਕੋਈ 2020 ਦੀ ਗੱਲ ਹੈ ਪਿੰਡਾਂ 'ਚ? ਕਿਉਂ ਇੰਨਾ ਜ਼ੁਲਮ ਢਾਈ ਜਾਂਦੇ ਹੋ ਦਿਨਕਰ ਗੁਪਤਾ ਜੀ? ਕੀ ਤੁਹਾਡੇ, ਮੈਨੂੰ ਦੱਸੋ, ਤੁਸੀਂ ਇਹ ਏਡੀਆਂ ਮਨ ਘੜਤ ਰਿਪੋਰਟਾਂ ਪੇਸ਼ ਕਰਕੇ ਇੰਨੇ ਨਿਆਣਿਆਂ ਨੂੰ ਚੱਕ ਕੇ ਇੰਨੇ ਬੇਗੁਨਾਹਾਂ ਨੂੰ ਯੂਆਪਾ ਵਿੱਚ ਬੰਦ ਕਰਕੇ ਤੁਸੀਂ ਕੀ ਲੱਭਣਾ ਚਾਹੁੰਦੇ ਹੋ? ਕੀ ਹਾਸਲ ਕਰਨਾ ਚਾਹੁੰਦੇ ਹੋ? ਕੀ ਪ੍ਰੂਫ ਕਰਨਾ ਚਾਹੁੰਦੇ ਹੋ? ਜਦ ਅਸੀਂ ਕਹਿ ਰਹੇ ਹਾਂ ਕਿ ਇੱਥੇ ਕੋਈ ਗੱਲ ਨਹੀਂ ਹੈ, ਪੰਜਾਬ ਦੇ ਵਿੱਚ ਕੋਈ ਗਰਾਊਂਡ ਤੇ ਹਕੀਕਤ ਹੈ ਨਹੀਂ ਕਿਸ ਤਰ੍ਹਾਂ ਦੀ ਐਕਟੀਵਿਟੀ, ਤੁਸੀਂ ਇਹ ਜਾਣ ਬੁੱਝ ਕੇ, ਔਰ ਮੈਂ ਕਹਿੰਦਾ ਕਿ ਹਰ ਕੀਤੇ ਹੋਏ ਜ਼ੁਲਮ ਦਾ ਫਿਰ ਰਿਐਕਸ਼ਨ ਹੁੰਦਾ, ਇਹਦੀ ਕੋਈ ਸ਼ੱਕ ਵਾਲੀ ਗੱਲ ਨਹੀਂ। every action has equal and opposite reaction। ਇਹ ਮੇਰੇ ਖਿਆਲ ਡਾਕਟਰ ਸਾਹਿਬ ਜ਼ਿਆਦਾ ਮੈਨੂੰ ਦਰੁਸਤ ਕਰਨਗੇ, ਕੋਈ ਇਹਦਾ ਕਾਨੂੰਨ ਹੈਗਾ, ਲਾਅ ਆਫ ਨੇਚਰ ਆ। ਹਾਂ, ਨਿਊਟਨ ਦਾ ਲਾਅ ਬੱਚਾ ਦੱਸ ਰਿਹਾ ਮੈਨੂੰ, ਔਰ ਮੈਂ ਪਹਿਲਾਂ ਵੀ ਕੋਟ ਕੀਤਾ ਸੀਗਾ। ਇਨਸਾਫ ਤਾਂ ਇਹ ਕਹਿੰਦਾ ਵਾ ਕਿ ਭਾਵੇਂ ਸੈਂਕੜੇ ਗੁਨਾਹਗਾਰ ਬਚ ਜਾਣ ਕਾਨੂੰਨ ਦੀ ਚੁੰਗਲ ਚੋਂ, ਸੈਂਕੜੇ, ਇੱਕ ਵੀ ਬੇਗੁਨਾਹ ਨੂੰ ਜਦੋਂ ਤੁਸੀਂ ਨਜਾਇਜ਼ ਕਰਦੇ ਹੋ ਇਹਨਾਂ ਦੇ ਪਰਿਵਾਰ ਵਾਂਗੂ, ਯਾਦ ਰੱਖਣਾ ਇੱਥੋਂ ਦੀ ਅਦਾਲਤ ਵਿੱਚ ਤਾਂ ਤੁਸੀਂ ਬਚ ਜਾਓਗੇ ਦਿਨਕਰ ਜੀ, ਇੱਕ ਉੱਤੇ ਵਾਹਿਗੁਰੂ ਦੀ ਅਦਾਲਤ ਆ, ਉਸ ਪਰਮਾਤਮਾ ਈਸ਼ਵਰ ਦੀ, ਉੱਥੋਂ ਨਹੀਂ ਬਚ ਸਕੋਗੇ ਕਦੇ। ਔਰ ਤੁਹਾਨੂੰ ਨੀਂਦ ਨਹੀਂ ਆਵੇਗੀ, ਜੇ ਤੁਹਾਨੂੰ ਪਤਾ ਵਾ ਕਿ ਮੈਂ ਬੇਗੁਨਾਹ ਬੰਦਿਆਂ ਨੂੰ ਫਰੇਮ ਕਰ ਰਿਹਾ, ਆਈ ਐਮ ਕੁਆਇਟ ਸ਼ੋਰ ਕਿ ਤੁਸੀਂ ਗੋਲੀ ਲੈ ਕੇ ਸੌਂਦੇ ਹੋਵੋਗੇ। ਅਦਰਵਾਈਜ਼ ਤਾਂ ਕਿਸੇ ਕੀ ਕਹਿੰਦੇ ਹੁੰਦੇ ਆ ਕਿ ਚੰਗੀ ਆਤਮਾ ਵਾਲੇ ਬੰਦੇ ਨੂੰ ਤਾਂ ਇਦਾਂ ਦਾ ਜ਼ੁਲਮ ਢਾ ਕੇ ਕਦੀ ਨੀਂਦ ਨਹੀਂ ਆ ਸਕਦੀ। ਇਸ ਤੋਂ ਅੱਗੇ ਮੈਂ ਇਹਦੇ ਪਰਿਵਾਰ ਦੇ ਨਾਲ ਵੀ ਤੁਹਾਡੀ ਗੱਲ, ਫਿਰ ਮੈਂ ਡਾਕਟਰ ਸਾਹਿਬ ਨੂੰ ਵੀ ਬੇਨਤੀ ਕਰੂੰਗਾ। ਬੁੱਧਰਾਮ ਜੀ, ਤੁਸੀਂ ਦੱਸੋ ਜਰਾ ਕੀ ਤੁਹਾਡੇ ਨਾਲ ਵਾਪਰਿਆ, ਦੱਸੋ। ਸਹੀ, ਡਰੋ ਨਾ। ਸਾਡੇ ਨਾਲ ਜੀ, ਸਾਡੇ ਨਾਲ ਉੱਥੇ ਸੀਆਈ ਸਟਾਫ ਵਾਲੇ ਬੰਦੇ ਆਏ ਸੀਗੇ ਪਟਿਆਲੇ ਤੋਂ, 3 ਆਏ। ਸਾਨੂੰ ਕਹਿੰਦੇ ਵੀ ਸੁਖਚੈਨ ਸਿੰਘ ਨੂੰ ਪੁੱਛਿਆ ਆ ਕੇ ਵੀ ਕਿੱਥੇ, ਉਹ ਕਹਿੰਦਾ ਸੁਖਚੈਨ ਸਿੰਘ। ਉਹ ਕਹਿੰਦਾ ਮੈਂ ਹਾਂ ਜੀ ਸੁਖਚੈਨ ਸਿੰਘ ਆ। ਬੈਠੇ ਉਹ ਆ ਕੇ ਕਹਿੰਦੇ ਵੀ ਇਹਦਾ ਫੋਨ ਗਿਰਿਆ ਵਾ ਕੋਈ, ਵੀ ਉਹਦਾ ਨੰਬਰ ਦਾ ਗਲਤ ਇਸਤੇਮਾਲ ਹੋ ਰਿਹਾ, ਇਹਨੂੰ 2 ਘੰਟੇ ਵਾਸਤੇ ਅਸੀਂ ਲੈ ਕੇ ਜਾ ਰਹੇ ਹਾਂ, 12 ਵਜੇ ਛੱਡ ਦਾਂਗੇ ਅਸੀਂ। ਇਹ ਕਹਿ ਕੇ ਸਾਨੂੰ ਘਰਾਂ ਤੋਂ ਲੈ ਕੇ ਗਏ। 12 ਵਜੇ ਸਰਪੰਚ ਸਾਹਿਬ ਤੋਂ ਅਸੀਂ ਫੋਨ ਕਰਾਇਆ, ਫਿਰ ਕਹਿੰਦੇ 3 ਵਜੇ ਕਰੋ, ਫਿਰ ਕਹਿੰਦੇ 5 ਵਜੇ ਕਰੋ ਫੋਨ। ਤੇ ਉਸ ਤੋਂ ਬਾਅਦ ਉਹ ਤੋਂ ਖਾਲੀ ਹੱਥ ਲੈ ਕੇ ਗਏ ਸੀਗੇ ਉਹਨੂੰ। ਉਹਦੇ ਕੋਲ ਕੋਈ ਰਿਵਾਲਵਰ ਨਹੀਂ ਦਾ, ਕੋਈ ਕਾਰਤੂਸ ਨਹੀਂ ਸੀਗਾ। ਘਰਾਂ ਤੋਂ ਲੈ ਕੇ ਗਏ ਆ, ਪੰਚਾਇਤ ਵੀ ਗਵਾਹ ਇਸ ਗੱਲ ਦੀ। ਸਾਡੇ ਨਾਲ ਤਾਂ ਇੱਕ ਧੱਕਾ ਹੋ ਰਿਹਾ, ਸਾਨੂੰ ਤਾਂ ਇਨਸਾਫ ਚਾਹੀਦਾ ਜੀ, ਇਨਸਾਫ ਮਿਲ ਜੇ ਸਾਨੂੰ। ਸਾਨੂੰ ਤਾਂ ਇਨਸਾਫ ਚਾਹੀਦਾ। ਕੈਪਟਨ ਸਾਹਿਬ, ਇਹ ਤੁਹਾਡਾ ਜ਼ਿਲ੍ਹਾ ਜੀ, ਤੁਸੀਂ ਮਾੜਾ ਮੋਟਾ ਜੀ ਇਨਸਾਫ ਚਾਹੀਦਾ। ਕੰਮ ਜੀ ਦਿਹਾੜੀ ਕਰਦਾ ਜੀ ਮੁੰਡਾ, ਕਦੇ ਕੰਪੈਨ ਕਮੂਨ ਤੇ ਚਲਿਆ ਜਾਂਦਾ, ਮਾੜਾ ਮੋਟਾ ਸਰੀ ਦਾ ਕੰਮ ਕਰਦਾ ਤੇ ਜੀ। ਸਾਡੇ ਘਰ ਦੇ ਹਾਲਾਤ ਦੇਖ ਸਕਦੇ ਹੋ ਤੁਸੀਂ ਆ ਕੇ ਵੀ ਕਿੰਨੇ ਕੁ, ਅਸੀਂ ਬਾਹਰ ਤੋਂ ਕਿਹੜਾ ਪੈਸਾ ਆ ਗਿਆ ਸਾਡੇ ਪਾ, ਕਿਹੜੀ ਇਸ਼ੂ ਕਰਦੇ ਆ। ਕਿੰਨਾ ਪੜਿਆ ਲਿਖਿਆ ਵਾ ਜੀ? ਪੜਿਆ 5-6 ਪੜਿਆ ਵਾ ਤਾਂ ਜੀ। ਨਾ ਸਾਡੇ ਮਾਂ ਏ, ਨਾ ਸਾਡੇ ਬਾਪ ਆ, ਨਾ ਅਸੀਂ ਵਕੀਲ ਕਰ ਸਕਦੇ ਆ। ਸਾਡੇ ਕੋਲ ਤਾਂ ਆਪਣੇ ਬੱਚੇ ਮਸਾਂ ਪਾਲੇ ਜਾ ਰਹੇ ਆ, ਅਸੀਂ ਕਿਹਦੇ ਪਾ ਜਾ ਕੇ ਉਹ ਕਰਾਂਗੇ। ਵਿਆਹਿਆ ਹੋਇਆ ਸੀ? ਕੁਵਾਰਾ ਤਾਂ ਜੀ, 4 ਭਰਾ ਜੀ। ਮੇਰੀ ਹੁਣ ਬੇਨਤੀ ਆ ਡਾਕਟਰ ਧਰਮਵੀਰ ਗਾਂਧੀ, ਇੱਕ ਕਿਸੇ ਦੀ ਇੰਟਰੋਡਕਸ਼ਨ ਦੇ ਮੁਹਤਾਜ ਨੇਗੇ, ਆਮ ਜਨਤਾ ਲਈ, ਆਮ ਆਵਾਮ ਦੀ ਲੜਾਈ ਲੜਨ ਲਈ, ਔਰ ਪੰਜਾਬ ਦੇ ਹਰ ਮੁੱਦੇ ਤੇ, ਚਾਹੇ ਉਹ ਪਾਣੀਆਂ, ਚਾਹੇ ਹਰ ਗੱਲ ਤੇ ਬੜੇ ਵਧੀਆ ਢੰਗ ਨਾਲ, ਬੜੀ ਬੇਬਾਕੀ ਦੇ ਨਾਲ ਗੱਲ ਕਰਦੇ ਨੇ। ਮੈਂ ਹੁਣ ਮਾਈਕ ਡਾਕਟਰ ਸਾਹਿਬ ਨੂੰ ਦਿੰਦਾ, ਔਰ ਇਹਨਾਂ ਦਾ ਆਪਣਾ ਜ਼ਿਲ੍ਹਾ। ਡਾਕਟਰ ਸਾਹਿਬ ਹਲੋ ਪਲੀਜ਼, ਕੀਪ ਨੈਕਸਟ ਟੂ ਯਰ ਮਾਊਥ। ਆ ਕੈਮਰਾ ਮੇਰਾ। ਅੱਜ ਅਸੀਂ ਪਿੰਡ ਸੇਰ ਵਿੱਚ ਰਾਜਪੁਰੇ ਦੇ ਨੇੜੇ ਸਾਰੇ ਲੋਕ ਪੰਚਾਇਤ ਦੀ ਹਾਜ਼ਰੀ ਵਿੱਚ, ਮੈਂ ਹੈਗਾ, ਖਹਿਰਾ ਸਾਹਿਬ ਹੈਗੇ ਆ, ਪਿੰਡ ਦੇ ਸਰਪੰਚ ਹਾਕਮ ਸਿੰਘ ਜੀ ਹੈਗੇ ਆ, ਐਮਐਲਏ ਪਿਰਮਲ ਸਿੰਘ ਜੀ ਹੈ, ਐਮਐਲਏ ਮੌੜ ਸਰ ਜਮਾਲੂ, ਹਾਂਜੀ ਕਮਾਲੂ ਜਸਪਾਲ ਸਿੰਘ ਜੋੜਾ ਮਾਜਰਾ ਜੀ ਹੈਗੇ ਆ, ਦਲਵਿੰਦਰ ਤੰਜੂ। ਅਸੀਂ ਸਾਰੇ ਤਕਰੀਬਨ ਇਲਾਕੇ ਦੇ ਹੋਰ ਪਤਵੰਤੇ ਸੱਜਣ ਜੋ ਹੈਗੇ ਇੱਥੇ ਇਕੱਠੇ ਹੋਏ ਆ, ਇੱਕ ਹਾਂ ਦਾ ਨਾਰਾ ਮਾਰਨ ਵਾਸਤੇ ਤੇ ਆਪਣਾ ਵਿਰੋਧ ਪ੍ਰਗਟ ਕਰਨ ਵਾਸਤੇ ਕਿ ਜੋ ਪੰਜਾਬ ਵਿੱਚ, ਜਿਸ ਪੰਜਾਬ ਨੇ ਪਹਿਲਾਂ ਹੀ ਬਹੁਤ ਵੱਡਾ ਸੰਤਾਪ ਹੰਢਾਇਆ, ਆਰਥਿਕ ਪੱਖੋਂ ਵੀ, ਸਮਾਜਿਕ ਪੱਖੋਂ ਵੀ, ਹਰ ਪੱਖੋਂ ਪੰਜਾਬ ਪਹਿਲਾਂ ਹੀ ਬਹੁਤ ਪਛੜ ਚੁੱਕਿਆ ਹੈਗਾ। ਇਸ ਪੰਜਾਬ ਵਿੱਚ ਇੱਕ ਵਾਰ ਫੇਰ ਮੁੜ ਕੇ 2020 ਦੇ ਨਾਲ ਜੋੜ ਕੇ, ਜਿਹਦਾ ਪੰਜਾਬ ਵਿੱਚ ਕੋਈ ਹਵਾ ਨਹੀਂ, ਕੋਈ ਚਰਚਾ ਨਹੀਂ, ਕੋਈ ਆਧਾਰ ਨਹੀਂ ਹੈਗਾ ਹੈ, ਕੋਈ ਗਤੀਵਿਧੀ ਨਹੀਂ ਹੈਗੀ ਹੈ। ਅਸੀਂ ਵੀ ਸਾਰੇ ਪੰਜਾਬ 'ਚ ਵਿਚਰਦੇ ਹਾਂ, ਪਿੰਡ ਵਿਚਰਦੇ ਹਾਂ, ਸ਼ਹਿਰ ਵਿਚਰਦੇ ਹਾਂ। ਮੈਨੂੰ ਵੀ ਰੋਜ਼ ਦਾ 100-150 ਬੰਦਾ ਮਿਲਣ ਆਉਂਦਾ। ਕੋਈ ਬੰਦਾ ਵੀ ਮਤਲਬ ਇਸ ਜਿਹੜੀ ਹੈ ਮਤਲਬ ਜਿਸ ਨਾਂ ਤੇ ਸਰਕਾਰ ਇਹ ਜਿਹੜਾ ਦਮਨ ਚੱਕਰ ਚਲਾਇਆ ਹੋਇਆ, ਜਿਸ ਦੇ ਤਹਿਤ ਗੁਰਜੰਟ ਸਿੰਘ ਹੋਰਾਂ ਨੂੰ ਜੋ ਅੱਜ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ, ਔਰ ਜਿਸ ਗਲਤ ਢੰਗ ਨਾਲ ਗ੍ਰਿਫਤਾਰੀ ਕੀਤੀ, 26 ਨੂੰ ਪੰਚਾਇਤ ਦੀ ਹਾਜ਼ਰੀ ਵਿੱਚ ਗ੍ਰਿਫਤਾਰ ਕਰਕੇ ਉਹਨੂੰ ਘਰੋਂ ਲਿਜਾ ਕੇ, ਤੇ 28 ਨੂੰ ਉਹਨਾਂ ਦੀ ਗ੍ਰਿਫਤਾਰੀ ਪਿੰਡ ਗਾਜੇਵਾਸ ਤੋਂ ਦਿਖਾ ਕੇ
ਉਹਨਾਂ ਨੇ ਸਾਬਤ ਕਰ ਦਿੱਤਾ ਕਿ ਪੁਲਿਸ ਕੋਲੋਂ ਸਰਕਾਰ ਨੂੰ ਜਿਹੜੀਆਂ ਦੀਆਂ ਆਪਣੀਆਂ ਚੁਣੀਆਂ ਸੰਵਿਧਾਨਕ ਸੰਸਥਾਵਾਂ ਨੇ, ਪੰਚਾਇਤ ਵਰਗੀਆਂ ਪਵਿੱਤਰ ਸੰਸਥਾਵਾਂ ਜਿਹਨੂੰ ਪੰਜ ਪ੍ਰਧਾਨੀ ਕਹਿੰਦੇ ਆ, ਜਿਹਨੂੰ ਪੰਚਾਇਤ ਕਹਿੰਦੇ ਹੈਗੇ ਆ, ਉਸ ਦਾ ਵੀ ਕੋਈ ਆਦਰ ਨਹੀਂ, ਕੋਈ ਸਨਮਾਨ ਨਹੀਂ ਹੈਗਾ। ਤੇ ਸਰਕਾਰ ਆਪਣੀਆਂ ਤੱਕੜ ਕਾਰਵਾਈਆਂ ਨਾਲ ਪੰਜਾਬ 'ਚ ਇੱਕ ਦਹਿਸ਼ਤ ਜ਼ਿਆਦਾ ਕਰਨ ਵਾਲਾ ਮਾਹੌਲ ਜਿਹੜਾ ਹੈਗਾ ਉਹ ਪੈਦਾ ਕਰਨ ਜਾ ਰਹੀ ਹੈ, ਜਿਹੜਾ ਕਿ ਨਾ ਪੰਜਾਬ ਦੇ ਹਿੰਦੂਆਂ ਵਾਸਤੇ, ਨਾ ਪੰਜਾਬ ਦੇ ਸਿੱਖਾਂ ਵਾਸਤੇ, ਨਾ ਪੰਜਾਬ ਦੇ ਸਮੁੱਚੀ ਵਸੋਂ ਵਾਸਤੇ ਕੋਈ ਬਦਲੀ ਦਾ ਕੋਈ ਨੁਕਸਾਨ ਹੀ ਨੁਕਸਾਨ ਹੈਗਾ। ਔਰ ਪੰਜਾਬ ਨੂੰ ਇੱਕ ਵਾਰ ਫਿਰ ਖਤਰੇ ਦੇ ਮੂੰਹ ਵਿੱਚ ਇਹ ਕੋਈ 2020 ਨਹੀਂ ਧਕੇਲਣ ਜਾ ਰਿਹਾ। ਇਹ ਜੋ ਸਰਕਾਰੀ ਜ਼ਬਰ ਹੈਗਾ ਹੈ, ਇਹ ਲਾਜ਼ਮੀ ਤੌਰ ਤੇ ਪੰਜਾਬ ਵਿੱਚ ਇੱਕ ਨਵਾਂ ਜਿਹੜਾ ਜ਼ੁਲਮ ਦਾ ਦੌਰ, ਜ਼ਬਰ ਦਾ ਦੌਰ ਸ਼ੁਰੂ ਕੀਤਾ ਹੈਗਾ। ਉਸ ਵਾਸਤੇ ਸਾਰੇ ਅਸੀਂ ਤਾਂ ਨਿਖੇਧੀ ਕਰਦੇ ਹਾਂ ਔਰ ਅਸੀਂ ਮੰਗ ਕਰਦੇ ਹਾਂ ਕਿ ਗੁਰਜੰਟ ਸਿੰਘ ਨੂੰ ਤੇ ਜੋ ਬਾਕੀ ਦੇ ਨੌਜਵਾਨ ਨੇ, ਸੁਖਚੈਨ ਸਿੰਘ ਨੂੰ ਔਰ ਜੋ ਬਾਕੀ ਦੇ ਨੌਜਵਾਨ ਨੇ, ਉਹਨਾਂ ਨੂੰ ਫੌਰੀ ਤੌਰ ਤੇ ਬਿਨਾਂ ਸ਼ਰਤ ਰਿਹਾ ਕਰਕੇ ਉਹਨਾਂ ਦੇ ਘਰ ਭੇਜਿਆ ਜਾਵੇ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮੈਂ FIR ਦੀ ਕਾਪੀ ਪੜ੍ਹੀ ਹੈ, ਤੁਹਾਨੂੰ ਮਜ਼ੇਦਾਰ ਗੱਲ ਦੱਸਦਾ ਕਿ ਤਕਰੀਬਨ ਇੱਦਾਂ ਦੀ ਕਾਪੀ ਅੱਜ ਤੋਂ 45 ਸਾਲ ਪਹਿਲਾਂ ਜਦੋਂ ਮੈਂ ਡਾਕਟਰੀ ਦਾ ਕੋਰਸ ਕਰਦਾ ਸੀ ਅੰਮ੍ਰਿਤਸਰ, ਤੇ ਐਮਰਜੈਂਸੀ ਖਿਲਾਫ ਉਦੋਂ ਸਰਕਾਰ ਹੋਰ ਸੀ, ਪੰਜਾਬ 'ਚ ਵੀ ਹੋਰ ਸੀ, ਸੈਂਟਰ 'ਚ ਵੀ ਹੋਰ ਸੀਗੀ, ਪਰ ਪੁਲਿਸ ਆਈ ਸੀਗੀ, ਤਰੀਕਾਕਾਰ ਆਈ ਸੀਗਾ। ਮੈਨੂੰ ਵੀ ਇਸ ਤਰ੍ਹਾਂ ਹੀ ਕਰੋ ਹੋਸਟਲ 'ਚ ਚੁੱਕਿਆ ਹੈਗਾ ਤੇ ਮੈਨੂੰ ਕਿਸੇ ਹੋਰ ਥਾਂ ਤੋਂ ਮੈਨੂੰ ਹਥਿਆਰਾਂ ਸਮੇਤ ਮੇਰੀ ਬਰਾਮਦਗੀ ਹੈ, ਪੁਲਿਸ ਨੇ ਮੈਨੂੰ ਗ੍ਰਿਫਤਾਰੀ ਦਿਖਾਈ ਹੈਗੀ ਹੈ। ਉਹੀ ਤਰੀਕਾਕਾਰ 45 ਸਾਲ 'ਚ ਪੰਜਾਬ ਪੁਲਿਸ ਦਾ ਬਦਲਿਆ ਨਹੀਂ ਹੈਗਾ ਹੈ। ਇਹ ਬਹੁਤ ਹੀ ਗੈਰ ਜਮਹੂਰੀ ਤਰੀਕਾਕਾਰ ਹੈ। ਮੈਂ ਇੱਕ ਜਮਹੂਰੀਅਤ ਪਸੰਦ ਵਿਅਕਤੀ ਹੋਣ ਦੇ ਨਾਤੇ, ਇੱਕ ਅਮਨ ਪਸੰਦ ਵਿਅਕਤੀ ਹੋਣ ਦੇ ਨਾਤੇ, ਇੱਕ ਪੰਜਾਬ ਦਾ ਦਰਦੀ ਹੋਣ ਦੇ ਨਾਤੇ, ਪੰਜਾਬ ਦੇ ਜੋ ਪੰਜਾਬ ਦਾ ਇੱਕ ਪੁੱਤ ਹੋਣ ਦੇ ਨਾਤੇ ਮੈਂ ਸਾਰੇ ਪੰਜਾਬੀ ਨੂੰ ਅਪੀਲ ਕਰਦਾ ਕਿ ਪੰਜਾਬ ਸਰਕਾਰ ਜੋ ਕੇਂਦਰ ਦੀ ਸ਼ਹਿ ਤੇ ਔਰ ਜੋ ਪੰਜਾਬ ਪੁਲਿਸ ਜੋ ਕੇਂਦਰ ਦੀ ਸ਼ਹਿ ਤੇ ਪੰਜਾਬ 'ਚ 2020 ਨਾਲ ਜੋੜ ਕੇ ਜੋ ਦਮਨ ਚੱਕਰ, ਜੋ ਦਮਨ ਦਾ ਇੱਕ ਇਹ ਜਿਹੜਾ ਢੇਰੀ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ, 20 ਨੌਜਵਾਨਾਂ ਦੇ ਕਰੀਬ ਉਹਨਾਂ ਨੂੰ ਫੜ ਕੇ ਗਲਤ ਢੰਗ ਨਾਲ ਉਹਨਾਂ ਦੇ ਝੂਠੇ ਕੇਸ ਪਾ ਕੇ ਜੋ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਤਲਬ ਅੰਦਰ ਕਰ ਦਿੱਤਾ ਗਿਆ, ਔਰ ਉਹ ਵੀ UAPA ਤਹਿਤ, ਜਿਹੜਾ ਕਿ ਬਹੁਤ ਹੀ ਅਤੀ ਜਾਬਰ। ਤੁਹਾਨੂੰ ਦੱਸਿਆ ਖਹਿਰਾ ਸਾਹਿਬ ਨੇ ਕਿ ਕਬਲ ਸੱਬਲ ਨੇ ਇਹਦੇ ਬਾਰੇ ਕੀ ਲਿਖਿਆ ਹੈਗਾ। ਸਫੂਰਾ ਜਰਗਰ ਹੋਵੇ, ਚਾਹੇ ਉਹ ਉਮਰ ਖਾਲਿਦ ਹੋਵੇ, ਚਾਹੇ ਉਹ ਮਿਸਟਰ ਗਗੋਈ ਹੋਣ, ਜਾਂ ਮਤਲਬ ਹੋਰ ਜਿਹੜੇ 10-12 ਬਹੁਤ ਅਹਿਮ ਸ਼ਖਸੀਅਤਾਂ, ਜਾਂ ਬਾਬਾ ਭੀਮ ਰਾਓ ਅੰਬੇਦਕਰ ਦੇ ਪੜਪੋਤੇ ਜਿਹੜੇ ਕਿ ਤੇਂਦੁਲਕਰ ਹੈਗੇ ਆ, ਉਹਨਾਂ ਦਾ ਕੇਸ ਹੋਵੇ, ਜਾਂ ਮਤਲਬ ਉਹ ਦਿੱਲੀ ਦੇ ਜਮਹੂਰੀ ਹੱਕਾਂ ਦੇ ਜੋ ਕਾਰਕੁਨ ਹੈਗੇ ਆ ਗੌਤਮ ਨਵਲਖਾ, ਉਹਨਾਂ ਦਾ ਕੇਸ ਹੋਵੇ। ਉਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਨੇ ਇਹ ਜਿਹੜਾ ਗੈਰ ਜਮਹੂਰੀ ਕਾਨੂੰਨ ਹੈ, ਤੱਕੜ ਕਾਨੂੰਨ ਹੈ, ਇੱਕ ਟਾਡਾ ਵਰਗਾ ਬੜਾ ਜਾਬਰ ਕਾਨੂੰਨ ਹੈ, ਉਹਦੇ ਤਹਿਤ ਬੰਦ ਕੀਤਾ ਹੈਗਾ। ਅੱਜ ਸਾਰੇ ਲੋਕ ਉਹਦਾ ਵਿਰੋਧ ਕਰਦੇ ਆ ਔਰ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਆਪਣੇ ਸਿਆਸੀ ਵਿਰੋਧੀਆਂ ਨੂੰ ਜਾਂ ਜੋ ਵਿਚਾਰਧਾਰਕ ਵਿਰੋਧੀ ਨੇ ਉਹਨਾਂ ਦੇ ਖਿਲਾਫ ਜਿਹੜਾ ਦਮਨ ਚੱਕਰ ਹੈ, ਇਹਨੂੰ ਤੁਰੰਤ ਬੰਦ ਕੀਤਾ ਜਾਵੇ। ਨਹੀਂ ਤਾਂ ਪੰਜਾਬ ਦੇ ਲੋਕ ਇੰਨੇ ਅਨਪੜ੍ਹ ਨਹੀਂ ਹੈਗੇ ਆ, ਇੰਨੇ ਕਾਫੀ ਸਜਗ ਹੈਗੇ ਆ। ਉਹ ਸਰਕਾਰ ਦੀਆਂ ਜਿਹੜੀਆਂ ਇਹ ਦਹਿਸ਼ਤਜ਼ਦਾ ਕਰਨ ਵਾਲੀਆਂ ਕਾਰਵਾਈਆਂ, ਜੋ ਪੰਜਾਬ ਦਾ ਮਾਹੌਲ ਵਿਗਾੜਨ ਵਾਸਤੇ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ, ਔਰ ਪੰਜਾਬ ਦੇ ਇੱਕ ਫਿਰਕੇ ਵਿੱਚ ਜੋ ਇੱਕ ਦਹਿਸ਼ਤ ਪੈਦਾ ਕਰਨ ਵਾਸਤੇ ਜਿਹੜੀ ਵੋਟਾਂ ਦੀ ਕਤਾਰਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ। ਔਰ FIR 'ਚ ਵੀ ਦਰਜ ਹੈਗਾ ਕਿ ਇਹਨਾਂ ਬੱਚਿਆਂ ਨੇ ਇੱਕ ਫਿਰਕੇ ਦੇ ਲੋਕਾਂ ਨੂੰ ਮਾਰਨਾ ਸੀਗਾ। ਆਮ ਤੌਰ ਤੇ ਜਿਹੜੀ ਪੁਲਿਸ ਹੈ ਉਹ ਕਾਰਵਾਈ ਤੋਂ ਬਾਅਦ ਆਉਂਦੀ ਹੈ। ਇੱਥੇ ਜਿਹੜੀ ਪੁਲਿਸ ਬੰਦੇ ਫੜ ਰਹੀ ਹੈ, ਕਾਰਵਾਈ ਤੋਂ ਪਹਿਲਾਂ ਹੀ ਫੜ ਰਹੀ ਹੈ ਕਿ ਨਹੀਂ ਕਰਨਾ ਸੀਗਾ। ਸਭ ਝੂਠੀ ਸਟੋਰੀ ਹੈਗੀ ਹੈ, ਸਭ ਝੂਠਾ ਬਕਵਾਸ ਹੈਗਾ। ਅਸੀਂ ਬੇਨਤੀ ਕਰਦੇ ਹਾਂ ਪੁਲਿਸ ਦੇ ਜਿਹੜੇ ਮੁਖੀ ਹੈਗੇ ਆ ਮਨਦੀਪ ਸਿੰਘ ਹੋਰਾਂ ਨੂੰ ਕਿ ਉਹ ਇਸ ਦਾ ਤੁਰੰਤ ਤੌਰ ਤੇ ਇਸ ਬੱਚੇ ਦਾ ਜੋ FIR ਹੈ ਉਹਨੂੰ ਤੁਰੰਤ ਖਾਰਜ ਕਰਨ ਔਰ ਉਹਨੂੰ ਰਿਹਾ ਕਰਨ। ਔਰ ਬਾਕੀ ਵੀ ਪੰਜਾਬ ਜਿੰਨੇ ਕੇਸ ਹੋ ਰਹੇ ਹੈਗੇ ਉਹਨਾਂ ਦੀ ਜਿਹੜੀ ਖਾਤਮੇ ਹੋਣੀ ਚਾਹੀਦੀ ਹੈਗੇ। ਔਰ ਜੋ ਦਮਨ ਚੱਕਰ ਪੰਜਾਬ ਦਾ 2020 ਨਾਲ ਜੋੜ ਕੇ, ਜਿਹਦਾ ਪੰਜਾਬ 'ਚ ਇਸ ਵੇਲੇ ਕੋਈ ਆਧਾਰ ਨਹੀਂ, ਕੋਈ ਚਰਚਾ ਨਹੀਂ, ਕੋਈ ਲਹਿਰ ਨਹੀਂ ਹੈਗੀ ਹੈ, ਖਾ ਜੋ ਹਵਾ ਦੇਣ ਦੀ ਕੋਸ਼ਿਸ਼ ਹੈਗੀ ਹੈ। ਔਰ ਉਹਦੀ ਆੜ ਹੇਠ ਜੋ ਪੰਜਾਬੀ ਬੱਚਿਆਂ ਦਾ ਸ਼ਿਕਾਰ ਪਿੱਛਾ ਕੀਤਾ ਜਾ ਰਿਹਾ, ਸਿੱਖ ਨੌਜਵਾਨਾਂ ਦਾ ਸ਼ਿਕਾਰ ਪਿੱਛਾ ਕੀਤਾ ਜਾ ਰਿਹਾ ਤੇ ਉਹਨਾਂ ਤੇ UAPA ਲਾ ਕੇ ਜੇਲ੍ਹਾਂ ਡੱਕਿਆ ਜਾ ਰਿਹਾ ਹੈਗਾ। ਇਹ ਜਿਹੜਾ ਇਹ ਸਰਕਾਰ ਦਾ ਜੋ ਕਰਮ ਹੈਗਾ ਹੈ, ਇਹ ਲਾਜ਼ਮੀ ਤੌਰ ਤੇ ਪੰਜਾਬ 'ਚ ਇੱਕ ਬਹੁਤ ਵੱਡਾ ਰੋਸ ਲਹਿਰ ਪੈਦਾ ਕਰੂਗਾ। ਮੈਂ ਨਹੀਂ ਕਹਿੰਦਾ ਕਿ ਉਹ ਲਹਿਰ ਮਤਲਬ ਉਹ ਸ਼ਾਂਤਪੂਰਨ ਲਹਿਰ ਹੋਊਗੀ। ਅਸੀਂ ਇਹਦਾ ਹਰ ਗਲੀ ਮਹੱਲੇ ਤੇ ਹਰ ਥਾਂ ਦਾ ਵਿਰੋਧ ਕਰਾਂਗੇ ਔਰ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਆਪਣੇ ਇਹ ਧਾਕੜ ਕਦਮਾਂ ਤੋਂ, ਇਸ ਧੱਕੇਸ਼ਾਹੀ ਦੇ ਕਦਮਾਂ ਤੋਂ ਉਹ ਪਿੱਛੇ ਹਟੇ। ਮੈਂ ਸਾਰੇ ਪੰਚਾਇਤ ਦਾ, ਸਾਰੇ ਪਿੰਡ ਦਾ, ਸਾਰੇ ਇਲਾਕੇ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਹੱਕ ਦਾ ਹਾਲਾ ਨਾਰਾ ਮਾਰ ਕੇ ਇਸ ਗਰੀਬ ਬੱਚੇ ਦੇ ਹੱਕ ਵਿੱਚ ਉਹ ਅੱਜ ਆਏ ਨੇ ਤੇ ਸਾਡਾ ਉਹਨਾਂ ਨੇ ਸਾਥ ਦਿੱਤਾ ਹੈਗਾ। ਅਸੀਂ ਆਉਣ ਵਾਲੇ ਸਮੇਂ 'ਚ ਵੀ ਜਿੱਥੇ ਵੀ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਆਪਣੀ ਅਫਸਰਸ਼ਾਹੀ ਰਾਹੀਂ ਜਾਂ ਪੁਲਿਸ ਤੰਤਰ ਰਾਹੀਂ ਲੋਕਾਂ ਦੇ ਧੱਕਾ ਕਰੂਗੀ, ਅਸੀਂ ਜਿੰਨੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਹੈ, ਪੰਜਾਬ ਦੀ ਸ਼ਾਂਤੀ ਨੂੰ ਬਣਾ ਕੇ ਰੱਖਣ ਵਾਲੇ ਲੋਕ ਹੈ, ਪੰਜਾਬ ਨੂੰ ਸ਼ਾਂਤੀ ਰਾਹ ਅੱਗੇ ਤਰੱਕੀ ਤੇ ਤੋਰਨ ਵਾਲੇ ਲੋਕ ਹੈਗੇ ਆ, ਪੰਜਾਬ ਦਾ ਭਾਈਚਾਰਾ ਇੱਕ ਕਾਇਮ ਰੱਖਣ ਵਾਲੇ ਲੋਕ ਹੈਗੇ ਆ, ਉਹ ਸਰਕਾਰ ਦੇ ਕਦਮਾਂ ਦਾ ਵਿਰੋਧ ਕਰਾਂਗੇ ਜਿਹੜੇ ਕਿ ਪੰਜਾਬ ਦੀ ਫਿਜ਼ਾ ਨੂੰ
ਮੁੜ ਕੇ ਫਿਰ ਇੱਥੇ ਪੰਜਾਬ ਦੇ ਮਿੱਠੇ ਪਾਣੀਆਂ 'ਚ ਜ਼ਹਿਰ ਘੋਲਣ ਵਾਸਤੇ ਉਹ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਨੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ। ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਔਰ ਤੁਸੀਂ ਲਗਭਗ ਸਾਰੇ ਜਿੰਨੇ ਵੀ ਸਾਡੇ ਨਾਲ ਇਸ ਵਕਤ ਲਾਈਵ ਦੇ ਉੱਤੇ ਜੁੜੇ ਹੋ, ਮੇਰਾ ਖਿਆਲ ਹੈ ਕਿ ਜੋ ਇਸ ਵਕਤ ਇਸ ਵਾਤਾਵਰਣ ਜਿਹੜੇ ਬਾਅਦ ਵਿੱਚ ਆਏ, ਮੈਂ ਇੱਕ ਵਾਰ ਫਿਰ ਦੱਸ ਦਿੰਦਾ ਕਿ ਅਸੀਂ ਅੱਜ ਸੇਰਾ ਪਿੰਡ ਹੈ ਪਟਿਆਲਾ ਜ਼ਿਲ੍ਹੇ ਦਾ, ਉੱਥੇ ਦਾ ਇੱਕ ਦਲਿਤ 26 ਸਾਲ ਦਾ ਨੌਜਵਾਨ ਸੁਖਚੈਨ ਸਿੰਘ, ਉਹਨੂੰ ਯੁਆਪਾ ਕਾਨੂੰਨ ਦੇ ਤਹਿਤ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ। ਉਹ ਗ੍ਰਿਫਤਾਰੀ ਸਾਰੀ ਕਨਕੌਕਟਡ ਸਟੋਰੀ ਹੈ। ਪਿੰਡੋਂ ਸਰਪੰਚ ਸਾਹਿਬ ਬੈਠੇ ਨੇ, ਹਾਕਮ ਸਿੰਘ ਜੀ, ਪੰਚ ਬੈਠੇ ਸੀ, ਪਿੱਛੇ ਖੜੇ ਨੇ ਮਲਕੀਤ ਸਿੰਘ ਜੀ, ਇਹਨਾਂ ਦੀ ਹਾਜ਼ਰੀ ਵਿੱਚ ਲੈ ਕੇ ਗਏ ਉਸ ਨੌਜਵਾਨ ਨੂੰ, ਔਰ ਮੁੜ ਕੇ 2-3 ਦਿਨ ਬਾਅਦ ਉਹਦੀ ਇੱਕ ਸਮਾਣੇ ਦੇ ਲਾਗੇ ਪੁਲਿਸ ਨਾਕੇ ਤੋਂ ਗ੍ਰਿਫਤਾਰੀ ਦਿਖਾ ਕੇ ਨਾਲੇ ਪਿਸਤੌਲ ਪਾਤਾ, 7 ਕਾਰਤੂਸ ਪਾਤੇ, ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਦੱਸਤਾ, ਜਦ ਕਿ ਇਹਦਾ ਨਾ ਕੋਈ ਪਿਛੋਕੜ, ਨਾ ਇਹਦਾ ਕੋਈ ਕ੍ਰਿਮੀਨਲ ਰਿਕਾਰਡ, ਨਾ ਇਹ ਵਿਚਾਰਾ ਪੜ੍ਹਿਆ ਲਿਖਿਆ। ਇਹ 4 ਭਰਾ, ਇਹਨਾਂ ਦੇ ਮਾਪਿਓ ਸਿਰ ਤੇ ਹੈ ਨਹੀਂਗੇ। ਆ ਸਾਰੇ ਬਾਕੀ ਦੇ 3 ਭਰਾ ਤੁਸੀਂ ਦੇਖ ਸਕਦੇ ਹੋ ਇੱਥੇ ਵਿਰਾਜਮਾਨ ਨੇ ਸਾਡੇ ਨਾਲ। ਬਹੁਤ ਮਿਹਨਤਕਸ਼ ਪਰਿਵਾਰ ਆ, ਔਰ ਉਹ ਜਿਹੜਾ ਸੁਖਚੈਨ ਸਿੰਘ ਆ ਉਹਦਾ ਕਿਸੇ ਤਰ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਜਿਹਦਾ ਮੈਂ ਜ਼ਿਕਰ ਕੀਤਾ ਨਹੀਂ ਹੈ। ਇਸ ਲਈ ਇਦਾਂ ਦੇ ਬੇਗੁਨਾਹਾਂ ਨੂੰ ਫੜ ਕੇ ਅਗਰ ਪੰਜਾਬ ਪੁਲਿਸ ਇਹ ਸ਼ੋਅ ਕਰਨਾ ਚਾਹੁੰਦੀ ਕਿ ਪੰਜਾਬ ਦੇ ਵਿੱਚ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਮੋਡਿਊਲ ਬਸਟ ਕਰਤੇ ਆ, ਖਾਲਿਸਤਾਨ ਦੇ ਪਤਾ ਨਹੀਂ ਕਿੰਨੀਆਂ ਅਸੀਂ ਗੱਲਾਂ ਬੰਦੇ ਫੜ ਲਏ ਨੇ, ਉਹ ਸਰਾਸਰ ਲੋਕਾਂ ਨੂੰ ਡਰਾਉਣ ਦੀ ਇੱਕ ਦਹਿਸ਼ਤ ਵਾਲਾ ਮਾਹੌਲ ਪੈਦਾ ਕਰਨ ਵਾਸਤੇ ਕੀਤੀਆਂ ਗਈਆਂ ਕਾਰਵਾਈਆਂ ਤੋਂ ਜ਼ਿਆਦਾ ਹੋਰ ਕੁਝ ਨਹੀਂਗਾ। ਉਹਦੇ ਪਿੱਛੇ ਕੋਈ ਇਹਨਾਂ ਦਾ ਸਿਆਸੀ ਮਫਾਦ ਹੋਣਗੇ ਮੈਂ ਨਹੀਂ ਕਹਿ ਸਕਦਾ, ਪਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲ੍ਹਾ ਹੈ, ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਆਪਣੇ ਜ਼ਿਲ੍ਹੇ ਵਿੱਚ ਅਗਰ ਤੁਹਾਡੇ ਪਰਿਵਾਰ ਦੇ ਜ਼ਿਲ੍ਹੇ ਦੇ ਇੱਕ ਗਰੀਬ ਦਲਿਤ ਪਰਿਵਾਰ ਦੇ ਨਾਲ ਇਹ ਵਧੇਗਾ ਤੇ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਬਾਕੀ ਜ਼ਿਲ੍ਹੇ ਦੇ ਵਿੱਚ ਤੁਹਾਡਾ ਕੀ ਹੁੰਦਾ ਹੋਵੇਗਾ। ਅੱਜ ਮੈਂ ਸਮਝਦਾ ਕਿ ਬੜੇ ਪਿੰਡ ਵਾਲੇ ਪਤਵੰਤੇ ਬਹੁਤ ਗੈਰਤਮੰਦ ਅਖਲਾਕੀ ਲੋਕ ਨੇ, ਜਿਨ੍ਹਾਂ ਨੇ ਇਹਨਾਂ ਨਾਲ ਸਾਡੇ ਨਾਲ ਕੋਈ ਤੁਲਕ ਨਹੀਂ ਪਾਰਟੀ ਦਾ, ਇਹਨਾਂ ਨੇ ਜੋ ਸਾਨੂੰ ਇੱਥੇ ਬੁਲਾ ਕੇ ਤੇ ਸੱਚ ਨੂੰ ਉਜਾਗਰ ਕਰਨ ਦਾ ਉਪਰਾਲਾ ਕੀਤਾ। ਇੱਕ ਵਾਰ ਬੇਟੇ ਸਾਰਿਆਂ ਦਾ ਕੈਮਰਾ ਘੁਮਾ ਦੇ, ਮੈਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਂ। ਪੂਰਾ ਸਾਰੇ ਪਾਸੇ ਘੁਮਾਇਓ, ਮੈਂ ਲਿਆਉਣਾ ਤੁਹਾਨੂੰ, ਮੈਂ ਲਿਆਉਣਾ। ਇੱਕ ਵਾਰ ਸਾਰਿਆਂ ਨੂੰ ਘੁਮਾ ਦਿਓ ਪਿੱਛੇ ਦੂਰ ਜਿੱਥੇ ਜਿਹੜੇ ਆਏ ਨੇ। ਬੇਟੇ ਇੱਕ ਮਿੰਟ ਤੁਸੀਂ ਸਾਈਡ ਤੇ ਹੋ ਜਾਓ, ਨੀਚੇ ਹੋ ਜਾਓ। ਹਾਂਜੀ, ਸਾਰਿਆਂ ਦਾ ਦੇਖੋ, ਹਰ ਵਰਗ ਦੇ ਲੋਕ ਖੜੇ ਨੇ, ਪਿੰਡ ਦੇ ਕਿਸਾਨ ਨੇ, ਪਿੰਡ ਦੇ ਦਲਿਤ ਗਰੀਬ ਤਬਕਾ ਵਾ। ਇਹ ਤਾਂ ਜਿਹੜਾ ਅਸਲ 9 ਮਾਸ ਦਾ ਰਿਸ਼ਤਾ ਨਾ ਪਿੰਡਾਂ ਦੇ ਵਿੱਚ, ਉਹ ਕਿਸਾਨਾਂ ਦਾ ਤੇ ਦਲਿਤਾਂ ਦਾ। ਬਾਦਲ ਸਾਹਿਬ ਨੇ ਹੋਰ ਬਣਾਇਆ ਰਿਸ਼ਤਾ, ਉਹ ਉਹਨਾਂ ਨੂੰ ਵਧਾਈ ਆ। ਅਸਲ ਰਿਸ਼ਤਾ ਇਹ ਹੈ ਜਿਹੜੇ ਰੋਜ਼ ਬੈਠ ਕੇ ਉੱਠਦੇ, ਰੋਟੀ ਖਾਂਦੇ ਨੇ, ਖਾਂਦੇ ਪੀਂਦੇ ਨੇ, ਸ਼ਾਦੀਆਂ ਦੁੱਖ ਤੇ ਸੁੱਖ ਦੇ ਵਿੱਚ ਭਾਈਵਾਲ ਨੇ, ਉਹ ਸਾਰੇ। ਇੱਕ ਵਾਰ ਫਿਰ ਕੋਈ ਮਲਕੀਤ ਸਿੰਘ ਜੀ ਪੰਚ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ। ਸਰ ਜੀ ਇਹਨਾਂ ਸਾਰਾ ਕੁਝ ਨਾ ਅਸੀਂ ਜੋ ਸਾਡੇ ਆਪਣੇ ਲਾਗੇ ਲੈ ਹਾਂਜੀ ਜੋ ਜੀ ਸਾਨੂੰ ਥਾਣਾ ਲੱਗਦਾ ਉੱਥੇ ਵੀ ਅਸੀਂ ਬਿਲਕੁਲ ਸਾਰਾ ਕੁਝ ਦੱਸਿਆ ਸੀ ਭਾਈ ਜੀ ਸਾਹਿਬ ਜਾ ਕੇ ਵੀ ਇਦਾਂ ਸਾਡੇ ਮੁੰਡੇ ਨੂੰ ਫੜ ਕੇ ਲੈ ਗਏ ਆ, ਘਰੋਂ ਲੈ ਗਏ ਨੇ। ਉਹ ਉਹਨਾਂ ਦੇ ਬਾਰੇ ਥਾਣਾ ਪਤਾ ਵੀ ਤਾਂ ਉਹਨਾਂ ਦਾ ਹੀ ਆ। ਹਾਂਜੀ ਥਾਣਾ ਵੀ ਉਹਨਾਂ ਦਾ ਹੀ। ਹਾਂਜੀ ਕਹਿਣ ਤੋਂ ਇਹਨਾਂ ਦਾ ਭਾਵ ਹੈ ਕਿ ਅਸੀਂ ਉਹਨਾਂ ਦੀ ਜੋ ਪੁਲਿਸ ਇੱਥੋਂ ਘਰੋਂ ਲੈ ਕੇ ਗਈ ਹੈ, ਉਹਨਾਂ ਨੇ ਸਾਰਾ ਇਨਫੋਰਮ ਕੀਤਾ ਸੀਗਾ, ਬਟ ਕਿਉਂਕਿ ਪੁਲਿਸ ਜਿਹੜੀ ਆ ਉਹ ਇਸ ਵਕਤ ਆਪਣੇ ਕੰਮ ਤੇ ਦਹਿਸ਼ਤ ਫੈਲਾਉਣ ਤੇ ਉਤਰੀ ਆ। ਮੈਂ ਉਮੀਦ ਕਰਦਾ ਵਾਂ ਕਿ ਗਵਰਨਮੈਂਟ ਇਸ ਕੇਸ ਨੂੰ ਰਿਵਿਊ ਕਰੇਗੀ ਤੇ ਬਾਕੀ ਜਿਹੜੇ 15 FIRs ਯੂਆਪਾ ਵਿੱਚ ਕੀਤੀਆਂ ਨੇ ਉਹਨਾਂ ਸਾਰਿਆਂ ਨੂੰ ਰਿਵਿਊ ਵੀ ਕਰੇਗੀ। ਇੱਕ ਵਾਰ ਫਿਰ ਮੈਂ ਸਰਪੰਚ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ, ਤੁਸੀਂ ਬਹੁਤ ਸਾਡੇ ਨਾਲ ਜੋ ਲੋਕ ਹਿੱਤ ਵਿੱਚ ਸਾਥ ਦਿੱਤਾ ਔਰ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਉਜਾਗਰ ਕੀਤਾ, ਤੁਹਾਡਾ ਸਾਰਿਆਂ ਦਾ ਧੰਨਵਾਦ। ਸਭ ਨੂੰ ਮੇਰੀ ਬੇਨਤੀ ਹੈ ਕਿ ਮੈਂ ਸਾਰਿਆਂ ਨੂੰ ਬੇਨਤੀ ਕਿ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਸਾਰੀ ਦੁਨੀਆ ਤੱਕ ਗਰੀਬਾਂ ਦੀ ਆਵਾਜ਼ ਪਹੁੰਚ ਸਕੇ। ਇੱਕ ਪੰਚ ਹੋਰ ਆਪਣੀ ਗੱਲ ਕਹਿਣਾ ਚਾਹੁੰਦੇ ਨੇ, ਆਪਣਾ ਨਾਮ ਬੇਟੇ ਦੱਸ ਦਿਓ। ਮੇਰਾ ਨਾਮ ਜੱਸੀ ਹੈ, ਪਿੰਡ ਸੇਰਾ ਜੀ। ਕੋਈ ਇਦਾਂ ਦੀ ਜਾਂਦੇ ਕੋਈ ਇਹੋ ਜਿਹੀ ਗੱਲ ਨਹੀਂ ਜੀ, ਧੱਕੇਸ਼ਾਹੀ ਕਰ ਰਹੀ ਹੈ ਪੰਜਾਬ ਪੁਲਿਸ ਸਰਿਆਮ ਤੇ ਸਰਿਆਮ। ਕੋਈ ਇਹੋ ਜਿਹੀ ਗੱਲ ਨਹੀਂ, ਅਸੀਂ ਸਾਰੀ ਪਿੰਡ ਜ਼ਿੰਮੇਵਾਰੀ ਲੈਣ ਨੂੰ ਤਿਆਰ ਆ, ਜਿੱਥੇ ਸਾਨੂੰ ਮਰਜ਼ੀ ਲੈ ਜਾਣਾ ਜੀ। ਪੰਜਾਬ ਪੁਲਿਸ ਧੱਕਾ ਕਰ ਰਹੀ ਹੈ ਸਾਡੇ ਨਾਲ ਸਰਿਆਮ। ਸਿੰਸ ਹੁਣ ਆਏ ਨੇ ਇੱਕ ਪੰਚ ਹੋਰ ਨੇ, ਤੁਸੀਂ ਵੀ, ਤੁਹਾਡਾ ਨਾਮ ਕੀ ਹੈ? ਪਰਮਜੀਤ ਸਿੰਘ ਜੀ ਪੰਚ ਨੇ। ਪਰਮ ਸਿੰਘ ਪੰਚ ਬੋਲਦਾ ਜੀ। ਜਦ ਮੈਨੂੰ ਫੋਨ ਕੀਤਾ ਜੀ, ਮੈਂ ਆਇਆ ਜੀ ਉੱਥੇ, ਮੈਨੂੰ ਬੁਲਾਇਆ। ਮੈਂ ਮੁੰਡਾ ਕਹਿੰਦਾ ਵੀ ਇਹ ਸੁਖਚੈਨ ਸਿੰਘ ਨੂੰ ਲੈ ਕੇ ਜਾਣਾ ਸੀ, ਵੀ ਸੁਖਚੈਨ ਨੂੰ ਮੈਂ ਕਹਿੰਦਾ ਵੀ 11 ਲੱਖ ਭੇਜ ਦੇਂਗੇ ਅਸੀਂ, ਕਹਿੰਦੇ ਜੀ। ਵੀ ਬਾਅਦ ਫਿਰ ਫੋਨ ਕੀਤਾ ਮੈਂ 6 ਵਜੇ ਨੂੰ, ਕਹਿੰਦੇ ਕੱਲ੍ਹ ਨੂੰ ਫੋਨ ਕਰਿਓ ਜੀ। ਕੱਲ੍ਹ ਤਾਂ ਲੈ ਗਿਆ ਫੜ ਕੇ, ਮੇਰਾ ਗਵਾਂਢੀ ਆ ਬਿਲਕੁਲ ਜੀ, ਮੌਕੇ ਪਹੁੰਚ। ਬਸ ਇਹ ਤਾਂ ਤੁਹਾਨੂੰ ਸਿਰਫ ਇਹ ਦੱਸਣ ਦੀ ਗੱਲ ਹੈ ਕਿ ਤੁਹਾਨੂੰ ਲੱਗਦਾ ਵਾ ਕਿ ਪਿੰਡਾਂ ਦੇ ਵਿੱਚ ਜਿਹੜੇ ਕਿਰਤ ਕਰਦੇ ਨੇ, ਜਿਹੜੇ ਵਾਹਿਗੁਰੂ ਤੋਂ ਡਰ ਕੇ, ਰਾਮ ਪਰਮਾਤਮਾ ਤੋਂ ਡਰ ਕੇ ਗੱਲ ਕਰਦੇ ਨੇ, ਇਹ ਕੋਈ ਗੱਲ ਗਲਤ ਬਿਆਨੀ ਕਰ ਸਕਦੇ ਨੇ। ਔਰ ਉਹਦੇ ਉੱਤੇ ਗੱਲ ਹੈਗੀ ਕਿ ਇਹ ਇਲੈਕਟਿਡ ਰਿਪਰੈਜ਼ੈਂਟੇਟਿਵ ਨੇ, ਪਿੰਡ ਦੇ ਪੰਚਾਇਤ ਸਰਪੰਚ। ਇਹ 1100 ਵੋਟ ਦਾ ਪਿੰਡ ਹੈ ਜੀ, 1140। ਇਹ ਵੀ ਨਹੀਂਗਾ ਕਿ ਕੋਈ 20,000 ਵੋਟ ਦਾ ਕਸਬਾ ਵਾ ਤੇ ਜਿਹਦੇ ਪਤਾ ਨਹੀਂ ਕਿਸੇ ਨੂੰ ਕਿ ਸੁਖਚੈਨ ਸਿੰਘ ਕੀ ਕਰਦਾ ਵਾ। ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਜੀ? ਆ ਲਓ
ਆਪਣਾ ਨਾਮ ਜ਼ਿਕਰ ਕਰਕੇ ਉਧਰ ਆ ਕੈਮਰਾ। ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਐਮਐਲਏ ਭਲੱਥ ਤੇ ਬਹੁਤ ਹੀ ਸਤਿਕਾਰਯੋਗ ਐਮਐਲਏ ਪਰਮਲ ਸਿੰਘ ਜੀ ਖਾਲਸਾ ਹਲਕਾ ਭਦੌੜ ਤੇ ਸਤਿਕਾਰਯੋਗ ਸਰਦਾਰ ਜਗਦੇਵ ਸਿੰਘ ਜੀ ਕਮਾਲੂ ਹਲਕਾ ਮੌੜ ਤੇ ਡਾਕਟਰ ਧਰਮਵੀਰ ਜੀ ਗਾਂਧੀ ਸਾਬਕਾ ਐਮਪੀ ਰਛਪਾਲ ਸਿੰਘ ਜੀ ਜੌੜੇ ਮਾਜਰਾ ਤੇ ਧੰਜਲ ਜੀ ਤੇ ਹੋਰ ਸਾਡੇ ਪਤਵੰਤੇ ਸਾਰੀ ਸੱਜਣ, ਮੈਂ ਆਪਣੇ ਪਿੰਡ ਦੀ ਇਸ ਪੰਚਾਇਤ ਵੱਲੋਂ ਤੁਹਾਨੂੰ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਜੀ ਆਇਆਂ ਕਹਿਣਾ ਵੀ ਜਿਹੜਾ ਤੁਸੀਂ ਸਾਡੇ ਪਿੰਡ ਦੇ ਵਿੱਚ ਆ ਕੇ ਸਾਡੇ ਇਸ ਗਰੀਬ ਪਰਿਵਾਰ ਦੇ ਵਿੱਚ ਹਾਂ ਦਾ ਨਾਰਾ ਮਾਰਿਆ। ਅਸੀਂ ਤੁਹਾਡਾ ਇੱਥੇ ਆਇਆ ਤੇ ਸਵਾਗਤ ਵੀ ਕਰਦੇ ਹਾਂ, ਜੀ ਆਇਆਂ ਵੀ ਕਹਿੰਦੇ ਆ ਤੇ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਇੱਕ ਬਹੁਤ ਵਧੀਆ ਸੋਚ ਨੂੰ ਲੈ ਕੇ ਤੁਰੇ ਹੋ। ਤੇ ਬਾਕੀ ਜਿਵੇਂ ਵੀ ਤੁਸੀਂ ਸਾਡੀ ਇਸ ਪਾਸੇ ਕੋਈ ਕਿਸੇ ਤਰ੍ਹਾਂ ਦੀ ਡਿਊਟੀ ਲਾਓਗੇ ਅਸੀਂ ਤੁਹਾਡਾ ਵੱਧ ਚੜ ਕੇ ਸਹਿਯੋਗ ਕਰਾਂਗੇ। ਮੇਰਾ ਨਾਮ ਰਾਮ ਰਤਨ ਜੀ। ਸੁਖਚੈਨ ਜਿਹੜਾ ਮੁੰਡਾ ਹੈ ਜੀ, ਇਹ ਬਹੁਤ ਸਾਊ ਮੁੰਡਾ ਹੈ, ਕਦੇ ਅਸੀਂ ਬੋਲਦਾ ਨਹੀਂ ਸੁਣਿਆ, ਕਿਸੇ ਕੋਲ ਇਹਨੇ ਖੜਨਾ ਨਹੀਂ, ਕਿਸੇ ਨਾਲ ਬੋਲਣਾ ਨਹੀਂ, ਆਪਣੇ ਕੰਮ ਤੱਕ ਇਹਨਾਂ ਨੇ ਮਤਲਬ ਰੱਖਿਆ ਤੇ ਕੋਈ ਇਹੋ ਜਿਹੀ ਹਰਕਤ ਮੈਨੂੰ ਕਦੇ ਇਹਨਾਂ ਬੱਚਿਆਂ ਦੇ ਵਿੱਚ ਨਹੀਂ ਦਿਸੀ ਚਾਰੇ ਭਰਾਵਾਂ 'ਚ, ਕਿਉਂਕਿ ਮੇਰੇ ਇਹ ਬਹੁਤ ਨਜ਼ਦੀਕੀ ਨੇ। ਇਸ ਕਰਕੇ ਮੈਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਹਰਕਤ ਜੇ ਦਿਸਦੀ ਤਾਂ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਟੋਕਣ ਵਾਲਾ ਮੈਂ ਹੀ ਸੀ। ਮੈਂ ਫਿਰ ਸਾਰੇ ਐਮਐਲਏ ਸਾਹਿਬਾਨ ਦਾ, ਐਮਪੀ ਸਾਹਿਬ ਦਾ ਤੇ ਪੱਤਰਕਾਰ ਸਾਹਿਬ ਜਿੰਨੇ ਵੀ ਆਏ ਨੇ, ਰਾਮ ਰਤਨ ਜੇਈ ਰਿਟਾਇਰ ਪੀਸੀਐਲ ਪਿੰਡ ਸੇਰਾ, ਸਾਰਿਆਂ ਦਾ ਤਹਿ ਦਿਲੋਂ ਪਿੰਡ ਦੀ ਪੰਚਾਇਤ ਸਰਦਾਰ ਹਾਕਮ ਸਿੰਘ ਜੀ ਸਰਪੰਚ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੈਂ ਸਾਰੇ ਆਪਣੇ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਜਿੱਥੇ ਵੀ ਦੁਨੀਆ 'ਚ ਬੈਠੇ ਨੇ, ਇਸ ਨੂੰ ਕਹਿੰਦੇ ਨੇ ਅਸਲ ਲੋਕ ਕਚਹਿਰੀ। ਅਗਰ ਸਾਡੀ ਸਰਕਾਰ ਇਦਾਂ ਪਿੰਡ ਦੇ ਬੰਦਿਆਂ ਨੂੰ ਇਕੱਠੇ ਕਰੇ ਔਰ ਜੇ ਕਿਸੇ ਦਾ ਗੁਨਾਹ ਵਾ ਉਹਨੂੰ ਦੱਸੇ ਕਿ ਆਹ ਇਹਦਾ ਗੁਨਾਹ ਹੈਗਾ ਵਾ ਔਰ ਉਹਨੂੰ ਅਰੈਸਟ ਕਰੇ, ਉਹਨੂੰ ਕੋਈ ਸਜ਼ਾ ਦੇਵੇ, ਕਿਸੇ ਨੂੰ ਕੋਈ ਇਤਰਾਜ਼ ਨਹੀਂਗਾ। ਪਰ ਜਦੋਂ ਆਪਾਂ ਕਹਿ ਕੇ ਕੁਝ ਲੈ ਕੇ ਜਾਂਦੇ ਆ ਤੇ ਗ੍ਰਿਫਤਾਰੀ ਕਿਤੇ ਪਵਾਉਂਦੇ ਆ ਤੇ ਪਿਸਤੌਲ ਮੁੜ ਕੇ ਠੋਕ ਦਿੰਦੇ ਆ, ਇਹਦੇ ਨਾਲ ਲੋਕਾਂ ਵਿੱਚ ਰੋਸ ਪੈਦਾ ਹੁੰਦਾ। ਔਰ ਮੇਰੀ ਮੀਡੀਆ ਨੂੰ ਵੀ ਬੇਨਤੀ ਆ, ਜਿਹੜੇ ਤੁਸੀਂ ਸਟੂਡੀਓ 'ਚ ਦਿੱਲੀ ਬੈਠੇ ਹੋ, ਤੁਹਾਨੂੰ ਸਿਰਫ ਜ਼ਿਆਦਾ ਸਟੋਰੀਜ਼ ਉੱਥੇ ਗੁੜਗਾਉਂ ਨੇੜੇ ਨੇੜੇ ਬੈਂਗਲੌਰ ਚੇਨਈ ਵੱਡੇ ਵੱਡੇ ਸ਼ਹਿਰਾਂ 'ਚੋਂ ਮੁੰਬਈ ਲੱਭਦੀਆਂ ਨੇ। ਅਸਲ ਕਹਾਣੀਆਂ ਇੱਥੇ ਪਿੰਡਾਂ ਦੇ ਵਿੱਚ ਨੇ। ਔਰ ਸਟੂਡੀਓਜ਼ ਵਿੱਚ ਬੈਠ ਕੇ ਬਹੁਤ ਵੱਡੀਆਂ ਵੱਡੀਆਂ ਬਹਿਸਾਂ ਕਰਾ ਕੇ ਕੁਝ ਹਾਸਲ ਨਹੀਂ ਹੋ ਸਕਦਾ ਜੇ ਆਮ ਵਰਗ ਨਾਲ 21ਵੀਂ ਸਦੀ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਗਰੀਬਾਂ ਦੇ ਨਾਲ ਇਦਾਂ ਧੱਕੇਸ਼ਾਹੀ ਹੋਊਗੀ, ਝੂਠੇ ਮੁਕੱਦਮੇ ਦਰਜ। ਔਰ ਛੋਟਾ ਮੋਟਾ ਮੁਕੱਦਮਾ ਨੇ, ਚਲੋ ਜੇ ਪੁਲਿਸ ਚਾਹਵੇ ਇਹਦਾ ਕੋਈ ਛੋਟਾ ਮੋਟਾ ਚਲਾਨ ਕਰ ਦਿੰਦੀ ਕੋਈ ਪ੍ਰੋਬਲਮ ਨਹੀਂ ਸੀਗੀ, ਚਲੋ 10 ਦਿਨ ਬਾਅਦ 20 ਦਿਨ ਕਿਸੇ ਅੰਦਰ ਵੀ ਰੱਖ ਲੈਂਦੇ, ਜ਼ਮਾਨਤ ਹੋ ਜਾਂਦੀ। ਪਰ ਯੂਆਪਾ ਵਰਗੇ ਲਾਅ ਦੇ ਵਿੱਚ ਇਹਨਾਂ ਦੀ ਸਮਰੱਥਾ ਹੀ ਨਹੀਂ, ਇਹਨਾਂ ਦੀ ਉਹ ਲੜਾਈ ਲੜ ਹੀ ਨਹੀਂ ਸਕਦੇ। ਇਸ ਲਈ ਅੱਜ ਦੀ ਲੋਕ ਕਚਹਿਰੀ ਦਾ ਮੈਂ ਮੁਬਾਰਕਬਾਦ ਇੱਥੋਂ ਦੇ ਪਿੰਡ ਦੇ ਪਤਵੰਤਿਆਂ ਨੂੰ, ਸਾਡੇ ਨਾਲ ਆਏ ਸਤਿਕਾਰਯੋਗ ਵਿਅਕਤੀਆਂ ਨੂੰ ਤੇ ਸੁਖਚੈਨ ਦੇ ਸਾਰੇ ਸਮੂਹ ਪਰਿਵਾਰ ਨੂੰ ਤੇ ਜਿਹੜੇ ਗਰੀਬ ਸਾਡੇ ਪੰਚਾਂ ਨੇ ਗਵਾਹੀ ਦਿੱਤੀ ਆ, ਇਹਨਾਂ ਦਾ ਜ਼ਿਆਦਾ ਧੰਨਵਾਦ, ਕਿਉਂਕਿ ਇਹਨਾਂ ਨੇ ਸੱਚ ਬਿਆਨ ਕੀਤਾ। ਦੁਨੀਆ ਭਰ ਦੇ ਵਿੱਚ ਸੱਚ ਸਾਰਾ ਸਾਹਮਣੇ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਚੁੱਕਾ। ਤੇ ਰਾਮ ਰਤਨ ਜੀ ਜੇਈ ਸਾਹਿਬ ਨੇ ਇੱਕ ਸਰਕਾਰੀ ਜੌਬ ਕੀਤਾ ਵਾ, ਉਹਨਾਂ ਦੇ ਜਜ਼ਬਾਤ ਜੋ ਉਹਨਾਂ ਨੇ ਕਿਹਾ ਵਾ, ਮੈਂ ਉਹਨਾਂ ਦਾ ਵੀ ਸਾਰਿਆਂ ਦਾ ਸ਼ੁਕਰੀਆ ਕਰਦਾ। ਇੱਕ ਬੁੱਧਰਾਮ ਦੇ ਕਿਹਦੀ ਵਾਈਫ ਹੈ? ਜਸਪਾਲ ਸਿੰਘ ਦੇ ਵੱਡਾ ਬ੍ਰਦਰ ਆਨ ਹੋ ਗਿਆ। ਜਿਹੜੀ ਹੁਣੇ ਤੁਸੀਂ ਸਾਡੀ ਪਹਿਲਾਂ ਲਾਈਵ ਵੀਡੀਓ ਦੇਖੀ ਆ ਸੇਰਾ ਪਿੰਡ ਵਾਲੇ 'ਚ, ਜਿੱਥੇ ਸੁਖਚੈਨ ਸਿੰਘ ਇੱਕ 26 ਸਾਲ ਦਾ ਦਲਿਤ ਸਿੱਖ ਨੌਜਵਾਨ ਜਿਹਨੂੰ ਯੂਆਪਾ ਯਾਨੀ ਕਿ ਟਾਡਾ ਵਰਗੇ ਵੱਡੇ ਕਾਨੂੰਨ ਵਿੱਚ ਫਸਾਇਆ ਗਿਆ, ਗ੍ਰਿਫਤਾਰ ਕੀਤਾ ਗਿਆ। ਤੱਥ ਤੁਹਾਡੇ ਸਾਹਮਣੇ ਸਾਰੇ ਆ ਗਏ, ਪਹਿਲਾਂ ਵੀ ਦੱਸਦੇ ਪਰ ਫਿਰ ਬਰੀਫਲੀ ਦੱਸ ਦਿੰਦਾ ਕਿ 26 ਜੂਨ ਨੂੰ ਇਸੇ ਸਥਾਨ ਤੋਂ ਸਰਪੰਚ ਹਾਕਮ ਸਿੰਘ ਤੇ 3 ਪੰਚਾਂ ਦੀ ਹਾਜ਼ਰੀ ਦੇ ਵਿੱਚ ਸੁਖਚੈਨ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਈ ਸੀਗੀ ਪੁਲਿਸ, ਲੈ ਕੇ ਗਈ ਮਤਲਬ ਇੱਥੋਂ, ਤੇ ਮੁੜ ਕੇ 28 ਜੂਨ ਨੂੰ ਉਹਦੀ ਗ੍ਰਿਫਤਾਰੀ ਦਿਖਾਤੀ ਪੁਲਿਸ ਨਾਕਾ ਗਾਜੇਵਾਸ ਪਿੰਡ ਸਮਾਣਾ ਭਵਾਨੀਪੁਰ ਰੋਡ ਤੇ ਪੁਲਿਸ ਸਟੇਸ਼ਨ ਸਦਰ ਸਮਾਣਾ ਘੱਟੋ ਘੱਟ 50 ਕਿਲੋਮੀਟਰ ਦੂਰ ਹੋ ਇੱਥੋਂ। ਉੱਥੋਂ ਜਾ ਕੇ ਗ੍ਰਿਫਤਾਰੀ ਦਿਖਾਤੀ ਤੇ ਇੱਕ ਪਿਸਤੌਲ ਦਿਖਾਤਾ ਤੇ ਇੱਕ 7 ਕਾਰਤੂਸ ਦਿਖਾਤੇ ਤੇ 4 ਹੋਰ ਦਹਿਸ਼ਤਗਰਦ ਨਾਲ ਨਾਮਜ਼ਦ ਕਰਕੇ ਤੇ ਕਹਿਤਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ, ਪੰਜਾਬ 'ਚ ਕਤਲੋ ਗਾਰਤ ਕਰਨ ਵਾਸਤੇ
ਔਰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਬਣਾ ਕੇ ਕੋਈ ਬੰਦਾ ਨਵੇਂ ਸ਼ਹਿਰ ਦਾ ਇੱਕ ਜੋੜਤਾ, ਇੱਕ ਗੁਰਦਾਸਪੁਰ ਦਾ ਜੋੜਤਾ, ਇੱਕ ਮਾਨਸੇ ਦਾ ਜੋੜਤਾ, ਇੱਕ ਕੈਥਲ ਹਰਿਆਣੇ ਦਾ ਜੋੜਤਾ। ਔਰ ਜਦੋਂ ਇਹ ਗੱਲਾਂ ਸਾਰੀਆਂ ਉੱਠੀਆਂ ਉਹ ਤੋਂ ਫਿਰ ਅਸੀਂ ਡਾਕਟਰ ਗਾਂਧੀ ਮੇਰੇ ਨਾਲ ਨੇ ਅੱਜ, ਡਾਕਟਰ ਧਰਮਵੀਰ ਗਾਂਧੀ ਜੀ ਨੇ, ਔਰ ਸਾਡੇ ਦੋ ਸਤਿਕਾਰਯੋਗ ਐਮਐਲਏਜ਼ ਆਏ ਇੱਥੇ, ਜਗਦੇਵ ਸਿੰਘ ਕਮਾਲੂ ਐਮਐਲਏ ਮੌੜ ਔਰ ਪਿਰਮਲ ਸਿੰਘ ਖਾਲਸਾ ਐਮਐਲਏ ਭਦੌੜ, ਪਤਵੰਤੇ ਸੱਜਣਾ ਨੇ, ਸਾਰਾ ਮੀਡੀਆ ਆਇਆ। ਆ ਸਾਰੇ ਤੁਸੀਂ ਪਿੰਡ ਦੇ ਦੇਖ ਸਕਦੇ ਹੋ, ਖੜੇ ਤੇ ਕਰੀ ਦਿਖਾ ਦੇ ਬੇਟੇ, ਸਾਰੇ ਘੁਮਾ ਦੇ। ਆ ਇਸ ਗਰੀਬ ਮੁਹੱਲੇ ਦੇ ਵਿੱਚ ਅਸੀਂ ਸਾਰੇ ਪਿੰਡ ਦੇ ਪਤਵੰਤੇ, ਸਾਰੀ ਪਿੰਡ ਦੀ ਪੰਚਾਇਤ, ਰਾਈਟ ਸਾਈਡ ਵੀ ਦਿਖਾ ਦੇ ਇੱਧਰ ਆ ਸਾਰੇ, ਔਰ ਕੱਲੇ ਬੱਚੇ ਨੇ ਇਸ ਗੱਲ ਦੀ ਗਵਾਹੀ ਦਿੱਤੀ ਆ ਕਿ ਸੁਖਚੈਨ ਬੇਗੁਨਾਹ, ਬਿਲਕੁਲ ਬੇਗੁਨਾਹ। ਔਰ ਉਹਦੀ ਭਾਬੀ ਜਿਹੜੀ ਹੈ ਇਹਨਾਂ ਦੀ, ਪਹਿਲਾਂ ਮੈਂ ਇਹਨਾਂ ਨਾਲ ਤੁਹਾਡੇ ਵਿਚਾਰ ਕਰਾਂ, ਫਿਰ ਮੈਂ ਤੁਹਾਨੂੰ ਸਿਰਫ ਘਰ ਦਿਖਾਉਣਾ ਕਿ ਕੀ ਤੁਹਾਨੂੰ ਲੱਗਦਾ ਵਾ ਕਿ ਸੁਖਚੈਨ ਵਰਗਾ ਆਦਮੀ ਅੱਤਵਾਦੀ ਹੋ ਸਕਦਾ ਸਿਰਫ ਘਰਾਂ ਦੇ ਹਾਲਾਤ ਤੋਂ? ਔਰ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਵਿਚਾਰਿਆਂ ਨਾਲ ਕਿੰਨਾ ਮੈਂ ਸਮਝਦਾ ਬੇਇਨਸਾਫੀ ਹੋਈ ਹੈ। ਭੈਣ ਜੀ ਦੱਸੋ, ਤੁਹਾਡਾ ਕੀ ਲੱਗਦਾ ਸੀਗਾ? ਦਿਓਰ ਲੱਗਦਾ ਜੀ। ਪੁਲਿਸ ਨੂੰ ਹਾਂਜੀ ਇੱਥੇ ਲੈ ਕੇ ਗਈ ਹੈ ਜੀ। ਪੰਚਾਇਤ ਦੀ ਹਾਜ਼ਰੀ? ਹਾਂ ਪੰਚਾਇਤ ਦੀ ਹਾਜ਼ਰੀ ਜੀ। ਉਹਦੇ ਤੇ ਪਹਿਲਾਂ ਕੋਈ ਇਲਜ਼ਾਮ ਕਿਸੇ ਤਰ੍ਹਾਂ? ਕੋਈ ਤਾਂ ਨਹੀਂ ਜੀ, ਕੋਈ ਦੱਸ ਰਹੇ ਸੀਗੇ ਕਿ ਤੁਸੀਂ ਸਾਰੇ ਇਕੱਠੇ ਰਹਿੰਦੇ ਹੋ? ਹਾਂ ਜੀ ਇਕੱਠੇ ਰਹਿੰਦੇ। ਦੱਸੋ ਜਰਾ। ਹਾਂ ਜੀ ਇਕੱਠੇ ਰਹਿੰਦੇ ਆ ਜੀ ਅਸੀਂ ਵੀ। ਹਾਂ ਜੀ ਅਸੀਂ ਬਹੁਤ ਗਰੀਬੀ ਕੱਟੀ ਹੈ ਜੀ। ਮੇਰੀ ਸੱਸ ਨੂੰ ਹੋ ਗਏ ਜੀ 40-35 ਸਾਲ ਹੋ ਗਏ ਜੀ। ਉਹ ਕਰਦੀ ਨਹੀਂ ਗਰੀਬੀ ਵਿੱਚ। ਹਾਂ ਮੇਰੀ ਸੱਸ ਨੂੰ ਜੀ 5 ਸਾਲ ਹੋ ਗਏ ਜੀ ਸੱਪ ਤੋਂ ਗੁਜਰਾਂ ਨੂੰ। ਸੱਪ ਨੇ ਡੰਗ ਮਾਰਿਆ ਸੀ, ਗੁਜਰ ਗਈ ਸੀ 1 ਘੰਟੇ ਦੇ ਵਿੱਚ। ਰਾਤ ਲੱਗਦਾ ਸੁਖਚੈਨ ਕੋਈ ਇਦਾਂ ਦੀ ਕਦੀ ਅੱਜ ਤੱਕ? ਨਾ ਜੀ ਕੋਈ ਵੀ ਨਹੀਂ ਜਾਇ, ਸਾਨੂੰ ਨੇ ਅੱਜ ਤੱਕ ਗਾਲ ਵੀ ਨਹੀਂ ਕੱਢੀ ਜੀ। ਹੋਰ ਕੋਈ ਸਿਰ ਚੜ ਕੇ ਕੋਈ ਚੀਜ਼ ਵੀ। ਬਸ ਸ਼ਾਰਟਲੀ ਮੈਂ ਤੁਹਾਨੂੰ ਦਿਖਾਉਣਾ ਘਰ ਦੇ ਹਾਲਾਤ ਦੇਖੋ। ਡਾਕਟਰ ਸਾਹਿਬ ਤੁਸੀਂ ਆਓ ਅੰਦਰ ਜ਼ਰਾ ਨਾਲ, 1 ਮਿੰਟ ਤੁਸੀਂ ਭੈਣ ਜੀ ਆਓ ਜਰਾ। ਆ ਜਾਓ ਤੁਸੀਂ, ਭਰਾ ਉਹਦਾ ਇੱਕ ਆਓ ਬੇਟਾ। ਘਰ ਦੇ ਹਾਲਾਤ ਦਿਖਾ ਇੱਥੋਂ ਚੰਗੀ ਤਰ੍ਹਾਂ, ਤੂੰ ਦਿਖਾ ਨਾ ਮੈਨੂੰ, ਘੱਟ ਦਿਖਾ ਇਹਨਾਂ ਦੇ ਘਰ ਦੇ ਹਾਲਾਤ। ਅੰਦਰ ਆ ਜਾ ਨਾ, ਅੰਦਰ ਆਏਗਾ ਤੇ ਘਰ ਦੇ ਹਾਲਾਤ। ਆ ਘਰ ਦੇਖ ਲਓ ਪਹਿਲਾਂ ਤਾਂ। ਲੱਗਦਾ ਤੁਹਾਨੂੰ ਕਿ ਦੇਸ਼ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਵਾਲਾ ਲੱਗਦਾ? ਸੱਜੇ ਪਾਸੇ ਪਸ਼ੂ ਨੇ ਜੀ। ਆ ਅੰਦਰ ਹੀ ਇੱਕ ਛੋਟੇ ਜਿਹੇ ਘਰ, ਕਿੰਨਾ ਥਾਂ ਹੋਊਗਾ ਜੀ? ਮਰਲਾ ਹੋਊਗਾ? 3 ਮਰਲਿਆਂ ਵਿੱਚ 4 ਭਰਾ ਰਹਿੰਦੇ ਨੇ। ਅੱਜ ਤੇ ਦਿਖਾਈ ਬੇਟੇ 1 ਮਿੰਟ, ਆ ਬਾਥਰੂਮ ਦੇਖ ਲਓ। ਆ ਲੱਗਦਾ ਤੁਹਾਨੂੰ ਕਿ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ ਨੇ, ਜਾਂ ਇਹ ਕੋਈ ਬਹੁਤ ਡੇਂਜਰਸ ਟੈਰਰਿਸਟ ਨੇ? ਅੱਗੇ ਦੇਖ ਲਓ ਘਰ ਦੇ ਹਾਲਾਤ। ਅੱਗੇ ਚੱਲੀ ਚਲੋ, ਅੱਗੇ ਚੱਲੀ ਚਲੋ। ਆ ਘਰ ਦੇਖ ਲਓ ਤੁਸੀਂ। ਸੁਖਚੈਨ ਸਿੰਘ ਦਲਿਤ ਸਿੱਖ ਨੌਜਵਾਨ ਜਿਹਨੂੰ ਚੱਕ ਕੇ ਤੇ ਯੂਆਪਾ ਵਰਗੇ ਖਤਰਨਾਕ ਕਾਨੂੰਨ ਦੇ ਚਾਹ ਹਨੇਰਾ ਬਿਲਕੁਲ ਅੰਦਰ ਰਸੋਈ ਦੇ ਵਿੱਚ ਆ ਲਗਾਇਆ ਜੀ। ਆ ਲੋ, ਕੱਚੇ ਨੇ ਸਭ ਕੁਝ, ਫਰਸ਼ ਉੱਪਰ ਬਾਲੇ ਨੇ। ਛੱਤ ਦਿਖਾਈ ਬੇਟੇ, ਆ ਬਾਲਿਆਂ ਵਾਲੀ ਛੱਤ ਹੈ ਉੱਤੇ। ਇਧਰ ਲਾਸਟ ਕਮਰੇ ਦਿਖਾ ਦੇ 2। ਆ ਦੇਖ ਲਓ ਇਹਨੂੰ। ਆ ਸ਼ਾਇਦ ਪੱਠੇ ਕੁੱਤਰਨ ਵਾਲੀ ਮਸ਼ੀਨ ਵੀ ਅੰਦਰ ਹੈ, ਵਿੱਚ ਨਾਲ ਸਿਲੰਡਰ ਪਿਆ ਹੋਇਆ ਇੱਥੇ ਮੌਕੇ ਤੇ ਦੇਖ ਲਓ ਤੁਸੀਂ ਸਾਰਾ। ਉਹ ਪਿੱਛੇ ਕੋਈ ਛੋਟਾ ਜਿਹਾ ਕਮਰਾ ਵਾ। ਇੰਨੇ ਕੁ ਥਾਂ ਦੇ ਵਿੱਚ ਆ ਇੱਕ ਰਾਈਟ ਸਾਈਡ ਤੇ ਕਮਰਾ ਵਾ। ਇੰਨੇ ਕੁ ਥਾਂ ਤੇ ਬਾਹਰ ਆ ਜਾਓ ਹੁਣ ਤੁਸੀਂ, ਬਾਹਰ ਨੂੰ ਆ ਜਾਓ ਬੇਟਾ, ਰਾਈਟ ਸਾਈਡ ਇੱਧਰ ਘੁੰਮ ਜਾ, ਇੱਧਰ ਨੂੰ ਦੂਜੇ ਪਾਸੇ। ਇਹ ਹੁਣ ਤੁਸੀਂ ਇੰਨੇ ਕੁ ਥਾਂ ਦੇ ਵਿੱਚ 13 ਮੈਂਬਰ ਦੱਸ ਰਹੇ ਨੇ ਇਸ ਪਰਿਵਾਰ ਦੇ। 13 ਮੈਂਬਰ 3 ਮਰਲੇ ਥਾਂ 'ਚ, ਜਿੱਥੇ ਮੈਂ ਤੁਹਾਨੂੰ ਜਗ੍ਹਾ ਦਿਖਾਈ ਆ। ਸੁਖਚੈਨ ਸਿੰਘ ਸਭ ਤੋਂ ਛੋਟਾ ਵਾ ਤੇ ਮੇਰੇ ਖਿਆਲ ਕਿ ਪਹਿਲਾ ਕਮਰਾ ਸੁਖਚੈਨ ਦਾ ਜਿਹਾ ਕਿਹੜਾ? ਆ 1 ਮਿੰਟ, ਇੱਥੇ ਮੱਝਾਂ ਵਾਲੇ ਕਮਰੇ 'ਚ ਹੀ ਰਹਿੰਦਾ ਦੱਸ ਰਹੇ ਨੇ। ਆ ਦੇਖੋ ਜਰਾ, ਆ ਦੇਖ ਲਓ। ਬਿਕੋਜ਼ ਸ਼ਾਦੀशुदा ਨਹੀਂ ਸੀਗਾ, ਤੈਨੂੰ ਇੱਥੇ ਕਿਤੇ ਵਿਚਾਰਾ ਬੈਠਦਾ ਹੋਣਾ। 15 ਦਿਨ ਤਾਂ ਹੀ ਉਧਰ ਹੀ ਰਿਹਾ, ਘਰ ਵਾਲ ਨਹੀਂ ਰਿਹਾ। ਆ ਇਹਦੇ ਘਰ ਦੇ ਹਾਲਾਤ ਨੇ। ਇਸ ਲਈ ਮੇਰੀ ਕੈਪਟਨ ਸਾਹਿਬ ਨੂੰ ਬਹੁਤ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਆ, ਇਹ ਤੁਹਾਡਾ ਜ਼ਿਲ੍ਹਾ ਵਾ, ਬਹੁਤ ਗਰੀਬ ਪਰਿਵਾਰ ਆ, ਸਾਨੂੰ ਇਹਦਾ ਕ੍ਰੈਡਿਟ ਨਹੀਂ ਚਾਹੀਦਾ। ਸਾਨੂੰ ਇੱਥੇ ਕੋਈ ਲੈਣਾ ਦੇਣਾ ਸਰੋਕਾਰ ਨਹੀਂਗਾ, ਤੁਸੀਂ ਬਸ ਇਨਸਾਫ ਕਰ ਦਿਓ ਔਰ ਸਾਡੇ ਕੋਲੋਂ ਧੰਨਵਾਦ ਲੈ ਲਿਓ। ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਨ ਆਵਾਂਗੇ। ਸਾਡਾ ਭਾਵੇਂ ਮੈਂਸ਼ਨ ਵੀ ਨਾ ਕਿਤੇ ਕਰਿਓ, ਪਰ ਇਸ ਗਰੀਬ ਨੌਜਵਾਨ ਨੂੰ ਛੱਡ ਦਿਓ। ਇਹਦੇ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਆ, ਬਹੁਤ ਜਗ੍ਹਾ। ਇਹ ਤਾਂ ਸਾਰੀ ਉਮਰ, ਮੈਂ ਜਿੱਦਾਂ ਪਹਿਲਾਂ ਕਿਹਾ ਕਿ ਆਪਣਾ ਵਕੀਲ ਵੀ ਖੜੇ ਕਰਨ ਯੋਗ ਲੋਕ ਨਹੀਂ। ਇਹਨਾਂ ਦੇ ਘਰ ਦੇ ਹਾਲਾਤ ਸਰਾਸਰ ਜਿਹੜੀ ਗੱਲ ਸਾਰੇ ਦੱਸਦੇ ਨੇ। ਬਾਕੀ ਤੁਸੀਂ ਸਾਰੇ ਪਿੰਡ ਦੇ ਪਤਵੰਤੇ ਹੋ ਸੱਜਣ, ਕੋਈ ਦੱਸ ਦਿਓ ਕਦੀ ਕੋਈ ਸੁਖਚੈਨ ਕੋਈ ਨਹੀਂ ਕਹਿ ਸਕਦਾ ਜੀ, ਕੋਈ ਵੀ ਕੋਈ ਗਲਤ ਗੱਲ ਕਰੀ ਜਿੱਦਾਂ ਲੈ ਕੇ ਆਇਆ ਸੀ ਉਰੀ ਤੇ ਉਦੋਂ ਵੀ, ਜਿੱਦਾਂ ਮੁੰਡੇ ਲੈ ਕੇ ਆਇਆ ਸੀ ਉਰੀ ਬੈਠੇ ਤੇ ਇੱਥੇ ਸੀਗੇ? ਹਾਂ ਜੀ, ਤੁਹਾਡੇ ਸਾਹਮਣੇ ਲੈ ਕੇ? ਹਾਂ ਸਾਡੇ ਸਾਹਮਣੇ ਲੈ ਗਏ। ਕੋਈ ਪਿਸਤੌਲ ਸੀ ਇਹਦੇ ਕੋਲ? ਕੁਝ ਨਹੀਂ ਸੀ। ਉਹਦੇ ਮੋਬਾਈਲ ਦਾ ਕਹਿ ਕੇ ਗਏ ਨੇ ਵੀ ਮੋਬਾਈਲ ਦਾ ਕੋਈ ਉਸ ਚੱਕਰ ਆ। ਇਹਨਾਂ ਸ਼ਰੀਫ ਮੁੰਡੇ ਕਦੇ ਗਲਤ ਵੀ ਕਿਸੇ ਨੂੰ ਬੋਲੇ ਜੀ। ਇਹਨਾਂ ਸ਼ਰੀਫ ਮੁੰਡੇ ਕੋਈ ਇਦਾਂ ਦੀ ਗੱਲਬਾਤ ਨਹੀਂ। ਹੋਰ ਹੁਣ ਗਵਾਹੀ ਕਿੰਨੀ ਚਾਹੀਦੀ ਆ? ਇੱਕ ਕਿਸਮ ਦਾ ਪੂਰਾ ਅਦਾਲਤ ਦਿਖਾਤੀ ਪਿੰਡ ਦੀ। ਸਾਰਾ ਪਿੰਡ ਨਾਲ ਖੜੇ ਜੀ, ਸਾਡੇ ਸਾਰੇ ਆ ਪੰਚਾਇਤ ਖੜੀ ਹੈ, ਪੰਚਾਇਤ ਦੇ ਸਾਹਮਣੇ ਲੈ ਕੇ ਗਏ ਸਾਰਾ ਕੁਝ ਉਹਨੂੰ ਨਾਲ ਆਪ ਲੈ ਕੇ ਗਏ, ਆਪ ਚੱਕ ਕੇ ਲੈ ਗਏ ਬੈਠਣ ਮੰਜੇ ਤੇ ਜੀਰੇ ਤੇ। ਕਿੰਨੇ ਹੋਰ ਵਿਅਕਤੀਆਂ ਤੋਂ ਮੈਂ ਤੁਹਾਨੂੰ ਦਵਾਂ। ਬਸ ਮੇਰਾ ਤਾਂ ਸਾਡਾ ਮਕਸਦ ਅੱਜ ਦਾ ਇਹ ਸੀਗਾ ਕਿ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਸਹੀ ਮਾਇਨਿਆਂ ਵਿੱਚ ਜ਼ਮੀਨ ਦੇ ਉੱਤੇ ਜੋ ਇਸ ਵਕਤ ਸੁਖਚੈਨ ਸਿੰਘ ਵਰਗੇ ਬੇਗੁਨਾਹ ਲੋਕਾਂ ਨੂੰ ਫਸਾਇਆ ਜਾ ਰਿਹਾ, ਉਹਦੇ ਘਰ ਦੇ ਹਾਲਾਤ ਦਿਖਾਤੇ ਔਰ ਸਾਰੇ ਤੱਥ ਤੁਹਾਡੇ ਸਾਹਮਣੇ ਪੇਸ਼ ਕਰਤੇ
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਇੱਕ ਮਿੰਟ, ਅੰਮ੍ਰਿਤਧਾਰੀ ਸੀ, ਅੰਮ੍ਰਿਤਧਾਰੀ ਹੈ ਜੀ, ਕੋਈ ਨਸ਼ਾ ਨਹੀਂ ਕਰਦਾ, ਕੁਝ ਵੀ ਗੁਰੂ ਕੇਸ ਰੱਖੇ ਹੋਏ ਆ ਜੀ, ਉਹਦੇ ਨਾਲ ਬੇਇਨਸਾਫੀ, ਉਹ ਰੋਣ ਲੱਗ ਗਿਆ ਸੰਗਤ ਤੇ ਗੱਡੀ ਦੇ ਵਿੱਚ ਵੀ। ਆਹ ਘਰ ਦੇਖ ਲਓ ਜੀ, ਇਹਦਾ ਉੱਪਰੋਂ ਲੈ ਕੇ ਆ ਜਿਹੜਾ ਇੱਟਾਂ ਵਾਲਾ ਘਰ ਹੈ, ਸਿਰਫ ਜਿਹੜਾ ਰੰਗ ਨਹੀਂ ਹੋਇਆ, ਇੰਨਾ ਹਿੱਸਾ ਅੰਦਰ ਸਾਰੇ ਬਾਲੇ ਨੇ ਔਰ ਥੱਲੇ ਲਿਪਾ ਪੋਚੀ ਕਰਕੇ ਜਿਹੜੇ ਬਗੈਰ ਫਰਸ਼ ਤੋਂ। ਬਸ ਮੈਂ ਤਾਂ ਹੁਣ ਇਹੀ ਕਹਿ ਸਕਦਾ ਜੀ, ਹੋਰ ਕਿਸੇ ਨੇ ਕੋਈ ਗੱਲ ਕਹਿਣੀ ਹੈ? ਨੌਜਵਾਨ ਨੇ, ਪਿੰਡ ਦਿਆਂ ਨੇ, ਕਿਸੇ ਨੇ? ਇਹ ਇਹਦਾ ਸੁਖਚੈਨ ਦਾ ਭਰਾ ਜੀ, ਖੁੱਲ ਕੇ ਕਹਿ, ਸੰਗ ਨਾ ਡਰਨਾ ਕੁਛ ਨਹੀਂ ਜੋ ਵੀ ਹੈ ਤੇਰੇ। ਮੈਂ ਭਰਾ ਸੁਖਚੈਨ ਸਿੰਘ ਦਾ। ਇੱਧਰ ਦੇਖ, ਦੇਖੋ ਜੀ, ਜਿਸ ਮਰਜ਼ੀ ਨੂੰ ਪੁੱਛ ਲਓ, ਛੱਡੇ ਥੱਲੇ ਨਹੀਂ ਕਰਨਾ। ਰੋਣਾ ਨਹੀਂਗਾ, ਤੂੰ ਗੱਲ ਸਹੀ ਗੱਲ ਦੱਸ, ਇੱਥੇ ਆਪਣੇ ਲਾਗੇ ਕਰ, ਬੋਲ। ਪਿੰਡ 'ਚ ਜਿਹਨੂੰ ਮਰਜ਼ੀ ਪੁੱਛ ਲਓ ਜੀ, ਵੀ ਸੁਖਚੈਨ ਇਹੋ ਜਿਹਾ ਹੋਵੇ ਜੀ, ਸਾਰਾ ਪਿੰਡ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ ਜੀ। ਕੀ ਕਹਿੰਦੇ ਹੋ ਤੁਸੀਂ? ਬੇਕਸੂਰ ਸੀ ਤੁਹਾਡਾ ਭਰਾ? ਸਾਡਾ ਭਰਾ ਬੇਕਸੂਰ ਫੜਿਆ ਗਿਆ ਜੀ। ਕਦੀ ਕਿਸੇ ਨਾਲ ਕੋਈ ਲੜਾਈ ਝਗੜਾ? ਕੋਈ ਨਹੀਂ, ਉਹ ਤਾਂ ਖਾਣ ਪੀਣ ਦਾ ਵੀ ਕੋਈ ਚੱਕਰ ਨਹੀਂ, ਖਾਂਦਾ ਪੀਂਦਾ ਜਮਾ ਵੀ ਨਹੀਂ ਤਾਂ ਜੀ, ਇਹ ਸੁੱਕੀ ਰੋਟੀ ਮੈਨੂੰ ਕੋਈ ਚੋ ਖਾ ਲੂਗਾ। ਕਿਵੇਂ ਹੋਇਆ ਗੱਲ? ਕਿਵੇਂ ਪੁਲਿਸ ਕਿੱਥੇ ਆਈ ਸੀਗੀ? ਪੂਰੀ ਆਈ ਤੇ ਇੱਥੇ ਬੈਠੇ ਸੀ ਤੇ ਬਾਅਦ ਚ ਉਹਨੂੰ ਦਿਖਾਇਆ? ਹਾਂਜੀ ਉਹਨੂੰ ਦਿਖਾਇਆ, ਹੋਰ ਕਿਤੇ ਗਿਆ ਜੀ, ਸਾਨੂੰ ਤਾਂ ਪਤਾ ਵੀ ਨਹੀਂ। ਕੀ ਮੰਗ ਕਰਦੇ ਹੋ? ਜਾਂਦੇ ਰਹੇ ਸਰ, ਸਾਨੂੰ ਦੱਸਿਆ ਵੀ ਨਹੀਂ, ਸਾਨੂੰ ਤਾਂ ਜੀ ਰਹੇ ਸਰ ਵੀ ਸਾਡਾ ਇਨਸਾਫ ਚਾਹੀਦਾ, ਸਾਨੂੰ ਦੱਸਿਆ ਵੀ ਨਹੀਂ ਗਿਆ। ਤੁਸੀਂ ਗਏ, ਸਾਨੂੰ ਦੱਸਿਆ ਨਹੀਂ ਗਿਆ ਹੈਗਾ। ਤੁਹਾਡਾ ਨਾਮ ਕੀ ਹੈ? ਬਲਵਿੰਦਰ ਸਿੰਘ ਨਾਂ ਜੀ, ਮੇਰਾ ਭਰਾ ਹੀ ਛੋਟਾ। ਹਾਂਜੀ, ਸਾਡਾ ਛੋਟਾ ਭਰਾ ਜੀ, ਮੇਰੇ ਚਾਚਾ ਜੀ ਦਾ ਮੁੰਡਾ ਜੀ। ਤਰੀਕੇ ਚੋਂ ਚਾਚੇ ਅਸੀਂ ਇਕੱਠੇ ਸਾਰੇ ਪਰਿਵਾਰ ਚੋਂ ਹੀ। ਅਸੀਂ ਜੀ ਮਿਲਣ ਵੀ ਗਏ, ਅਸੀਂ ਪੁੱਛਿਆ ਵੀ ਸਾਡੇ ਭਰਾ ਦਾ ਕਸੂਰ ਤਾਂ ਦੱਸ ਦਿਓ ਸਾਨੂੰ, ਮੁਲਜ਼ਮ ਤੁਸੀਂ ਕਿਸ ਤਰ੍ਹਾਂ ਇਹਨੂੰ ਲੈ ਕੇ ਗਏ ਆ, ਸਾਨੂੰ ਕੁਛ ਤਾਂ ਦੱਸੋ। ਸਾਨੂੰ ਅੰਦਰ ਵੀ ਨਹੀਂ ਵੜ ਦਿੱਤਾ ਗਿਆ ਜੀ। ਤਾਂ ਸਾਡੇ ਭਰਾ ਦਾ ਕੋਈ ਕਸੂਰ ਨਹੀਂ। ਜੇ ਕਿਸੇ ਨੇ ਕੇਸ ਰੱਖ ਲੇ, ਦਸਤਾਰ ਸਜਾ ਲਈ, ਤਾਂ ਉਹ ਮਤਲਬ ਇੱਕ ਖਲਿਸਤਾਨ ਨਾਲ ਅਟੈਚ ਹੋ ਗਿਆ ਜੀ। ਦੁਨੀਆ ਬਹੁਤ, ਅਸੀਂ ਵੀ ਮੰਨ ਲਓ ਹੋਰ ਵੀ ਸਾਡੇ ਭਰਾ ਅੰਮ੍ਰਿਤ ਛਕਣ ਨੂੰ ਫਿਰਦੇ ਆ, ਕੇਸ ਰੱਖੇ ਹੋਏ ਆ, ਇਹਦਾ ਮਤਲਬ ਸਾਰੇ ਖਲਿਸਤਾਨ ਨਾਲ ਰਿਲੇਸ਼ਨ ਹੋ ਗਈ। ਧੱਕਾ ਹੋ ਰਿਹਾ ਜੀ, ਬਹੁਤ ਜ਼ਿਆਦਾ ਧੱਕਾ ਹੋ ਰਿਹਾ। ਸਭ ਤੋਂ ਸਾਦੇ ਵਿਅਕਤੀ ਨੇ, ਸਭ ਤੋਂ ਅਹਿਮ ਮੈਨੇ ਖੇਸ ਗੱਲ ਕੀਤੀ ਆ ਕਿ ਜਿਨ੍ਹਾਂ ਲੋਕਾਂ ਨੇ ਅੰਮ੍ਰਿਤ ਛਕ ਲਿਆ ਜਾਂ ਜਿਹੜੇ ਆਪਣੇ ਆਪ ਨੂੰ ਸਿੱਖੀ ਦੇ ਨੇੜੇ ਸਮਝਦੇ ਨੇ, ਉਹ ਸਾਰੇ ਅੱਤਵਾਦੀ ਹੋ ਗਏ ਨੇ। ਡੀਜੀਪੀ ਸਾਹਿਬ ਸੁਣੋ ਇਹਨਾਂ ਦੀ ਗੱਲ, ਇਹ ਤੁਹਾਡੇ ਤੇ ਇਫੈਕਟ ਪੈ ਰਿਹਾ, ਕਿਉਂਕਿ ਤੁਸੀਂ ਕਿਹਾ ਸੀਗਾ ਕਿ ਕੋਰੀਡੋਰ ਕਰਤਾਰਪੁਰ ਸਾਹਿਬ ਜਿਹੜੇ ਜਾਂਦੇ ਨੇ 6 ਘੰਟਿਆਂ ਚ ਅੱਤਵਾਦੀ ਬਣ ਕੇ ਆ ਜਾਂਦੇ। ਆ ਇੱਕ ਪਿੰਡ ਦੇ ਬਿਲਕੁਲ ਸਾਦੇ ਵਿਅਕਤੀ ਨੇ ਇਹ ਗੱਲ ਕਹੀ ਆ ਕਿ ਕੀ ਤੁਹਾਨੂੰ ਲੱਗਦਾ ਕਿ ਹੁਣ ਜਿੰਨਿਆਂ ਨੇ ਅੰਮ੍ਰਿਤ ਛਕ ਲਿਆ, ਜਿਨ੍ਹਾਂ ਨੇ ਦਸਤਾਰਾਂ ਸਜਾ ਲੀਆਂ, ਜਿਹੜੇ ਗੁਰਦੁਆਰਾ ਸਾਰੇ ਅੱਤਵਾਦੀ ਨੇ, ਸਾਰੇ ਖਾਲਿਸਤਾਨੀ ਨੇ? ਐਬਸੋਲੂਟਲੀ ਰੋਂਗ, ਐਬਸੋਲੂਟਲੀ ਅਬਨੋਕਸ਼ੀਅਸ, ਅਨਟਰੂ। ਔਰ ਮੈਂ ਇਸ ਆਪਣੇ ਆਪ ਦੇ ਵਿੱਚ ਐਡਾ ਅਹਿਮ ਕੇਸ ਆ ਕਿ ਇਹ ਤੁਹਾਡੇ ਸਾਰੀ ਪੁਲਿਸਿੰਗ ਦਾ ਇਹਨੇ ਫੂਕ ਕੱਢ ਕੇ ਰੱਖ ਦਿੱਤੀ ਆ। ਜੋ ਤੁਸੀਂ ਬਣਾ ਰਹੇ ਹੋ ਨਾ ਕਿ ਖਾਲਿਸਤਾਨ ਦੇ ਮੋਡਿਊਲ ਇੱਥੋਂ ਫੜੇ ਗਏ, ਹਰ ਹਫਤੇ 10 ਦਿਨ ਇੱਕ ਰਿਪੋਰਟ ਬਣਾ ਲੈਣੇ, ਅੱਜ ਰਿਪੋਰਟ ਤੁਹਾਡੀ ਇੱਥੋਂ ਜ਼ਮੀਨ ਤੋਂ ਆਣ ਕੇ ਕਰ ਗਈ ਆ। ਇਸ ਲਈ ਮੇਰੀ ਫਿਰ ਅਮਰਿੰਦਰ ਸਿੰਘ ਕੋਲ ਇੱਕੋ ਇੱਕ ਮੰਗ ਦੁਬਾਰਾ ਕਰਦੇ ਆ, ਸਾਨੂੰ ਕੁਝ ਨਹੀਂ ਚਾਹੀਦਾ, ਤੁਸੀਂ ਇਸ ਬੇਗੁਨਾਹ ਨੌਜਵਾਨ ਨੂੰ ਤੁਰੰਤ ਇਹਦੇ ਤੇ ਝੂਠਾ ਮੁਕੱਦਮਾ ਵਾਪਸ ਲੈ ਕੇ ਇਸ ਨੂੰ ਰਿਹਾ ਕੀਤਾ ਜਾਵੇ, ਵਰਨਾ ਉਹ ਬੱਚਾ ਅੰਦਰ ਹੀ ਮਰ ਜਾਵੇਗਾ। ਤੁਹਾਨੂੰ ਮੈਂ ਦੱਸ ਦਿੰਦਾ, ਨਾ ਉਹਦੇ ਕੋਲ ਵਕੀਲ ਘਰ ਹੋਵੇ, ਨਾ ਉਹਨਾਂ ਦੇ ਕੋਲ ਸਾਧਨ ਹੈ। ਘਰ ਤੁਸੀਂ ਦੇਖ ਲਿਆ ਵਾ, ਔਰਤਾਂ ਬਿਲਕ ਰਹੀਆਂ ਨੇ, ਇਸ ਲਈ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਇਹੀ ਇਨਸਾਫ ਦੀ ਮੰਗ ਲੈ ਕੇ ਅਸੀਂ ਅੱਜ ਇੱਥੇ ਹਾਜ਼ਰ ਹੋਏ ਹਾਂ। ਸਾਰਿਆਂ ਦਾ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਵੀ, ਮੈਂ ਭੈਣਾਂ ਦਾ ਖਾਸ ਤੌਰ ਤੇ ਦਲਵਿੰਦਰ, ਤੁਹਾਡੀਆਂ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦਾ ਵਾਂ, ਪੰਚਾਇਤ ਦਾ, ਹਰ ਕਿਸਮ ਦੇ ਵਿਅਕਤੀਆਂ ਦਾ। ਨਹੀਂ ਕੋਈ ਗੱਲ ਨਹੀਂ, ਫਿਰ ਵੀ ਜਿਹੜੀ ਕੋਈ ਕਿਸੇ ਗਰੀਬ ਦੇ ਬੱਚੇ ਦੇ ਜੀ ਉਹ ਹੋ ਜਵੇ ਵੀ ਇਹ ਬੱਚੇ ਦਾ ਦੇਖੋ ਜਿਹੜੀ ਕੁੱਟ ਮਾਰ ਕੀਤੀ ਐ ਇੰਨੇ ਤੇਰੇ ਸਾਹਮਣੇ, ਅਸੀਂ ਆਹੀ ਮੰਗਦੇ ਆ ਵੀ ਉਹਦਾ ਛੁਟਕਾਰਾ ਕਰਾਓ, ਤੁਸੀਂ ਘਰ ਆਵੇ ਆਪਣੇ। ਸਾਰਿਆਂ ਦਾ, ਸਾਰੇ ਪਿੰਡ ਦੇ ਹੋਰ ਵੀ ਦੇਖੋ, ਹਰ ਵਰਗ ਦੇ ਲੋਕ, ਗ੍ਰਾਮ ਪੰਚਾਇਤ ਦੇ ਇਲੈਕਟਿਡ ਬੰਦਿਆਂ ਤੋਂ ਇਲਾਵਾ ਸਾਰੇ ਨੌਜਵਾਨ, ਬਜ਼ੁਰਗ, ਔਰਤਾਂ, ਸਭ ਨੇ ਇਸ ਦੀ ਗਵਾਹੀ ਦਿੱਤੀ ਆ। ਇਸ ਲਈ ਮੈਂ ਇਹਨਾਂ ਦਾ ਸ਼ੁਕਰੀਆ ਅਦਾ ਕਰਦਾ ਵਾਂ ਕਿ ਚਾਚੀਆਂ ਤਾਈਆਂ ਤੜਫਦੀਆਂ, ਉਹਨਾਂ ਦੀ ਮਾਂ ਹੁੰਦੀ ਖਬਰ ਹੈ ਕਿੰਨੀ ਕੁ ਤੜਫਦੀ ਹੈ। ਜੇਕਣਾ ਉਹਨਾਂ ਨੇ ਮੈਂ ਇਹਨਾਂ ਦਾ ਪੰਜਾਬ ਦੇ ਇਸ ਤਰ੍ਹਾਂ ਦੇ ਜਿਹੜੇ ਲੋਕ ਵੱਡੇ ਹੀ ਗਰੀਬ ਨੇ ਪਰ ਸੱਚ ਬੋਲਣ ਤੋਂ ਪਿੱਛੇ ਨਹੀਂ ਹਟੇ, ਮੈਂ ਅੱਜ ਇਸ ਗੱਲ 'ਚ ਸਾਡਾ ਹੌਸਲਾ ਵਧਿਆ ਵਾ ਔਰ ਸੱਚ ਨੂੰ ਬਲ ਮਿਲਿਆ ਅੱਜ ਸੇਰਾ ਪਿੰਡ ਦੇ ਵਿੱਚ ਆਣ ਕੇ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਸ਼ੁਕਰੀਆ। ਪਿਆਰ ਨਾਲ ਫਿਰ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਬੇਟੇ, ਆਫ ਕਰਕੇ ਫਿਨਿਸ਼ ਕਰ ਦੇ ਤੇ ਸ਼ੇਅਰ ਕਰ ਦੇ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।